ਜਦੋਂ ਮੈਂ ਐਮਏ ਜਰਨਲਿਜ਼ਮ ਕਰ ਰਿਹਾ ਸੀ, ਇਹ 2010-11 ਦੀਆਂ ਗੱਲਾਂ ਨੇ। ਉਸ ਵਕਤ ਇੰਡੀਆ ਟੂਡੇ ਦੀ ਕਵਰ ਸਟੋਰੀਜ਼ ਆਈਆਂ ਸਨ ਦੋ। ਇੱਕ ਕਵਰ ਸਟੋਰੀ ਸੀ ਕਿ ਭਾਰਤ ਦੇ ਅੰਦਰ ਇੱਕ ਇਸ ਤਰ੍ਹਾਂ ਦਾ ਟ੍ਰੈਂਡ ਵੱਧਦਾ ਜਾ ਰਿਹਾ ਜਿਸ ਦੇ ਵਿੱਚ ਹੈ ਸੈਰੋਗੇਸੀ। ਕਿਰਾਏ ਦੇ ਉੱਤੇ ਕੁੱਖ ਲਈ ਜਾਂਦੀ ਹੈ, ਉਸ ਤੋਂ ਬਾਅਦ ਬੱਚਾ ਪੈਦਾ ਕੀਤਾ ਜਾਂਦਾ ਹੈ। ਦੂਸਰੀ ਇੱਕ ਸਟੋਰੀ ਆਈ ਸੀ ਮਿਸਟਰ ਮੰਮੀ, ਵੀ ਭਾਰਤ ਦੇ ਵਿੱਚ ਇੱਕ ਕਨਸੈਪਟ ਆ ਰਿਹਾ ਮਿਸਟਰ ਮੰਮੀ, ਯਾਨੀ ਕਿ ਇੱਕ ਅਜਿਹਾ ਬੰਦਾ ਜਿਹਨੇ ਵਿਆਹ ਨਹੀਂ ਕਰਵਾਉਣਾ ਪਰ ਉਹ ਫਿਰ ਵੀ ਆਪਣੇ ਆਪ ਨੂੰ ਇੱਕ ਪਰਿਵਾਰ ਦੇ ਤੌਰ ਤੇ ਟਰੀਟ ਕਰਨਾ ਚਾਹੁੰਦਾ ਤੇ ਉਹ ਬੱਚਾ ਗੋਦ ਲੈ ਕੇ ਆਪਣਾ ਇੱਕ ਪੂਰਾ ਪਰਿਵਾਰ ਬਣਾਉਂਦਾ ਆ, ਸਜਾਉਂਦਾ ਆ। ਇਹ ਦੋ ਤਰ੍ਹਾਂ ਦੇ ਕਨਸੈਪਟ ਦੇ ਅੰਦਰ ਚੀਜ਼ਾਂ ਸਮਝਣ ਵਾਲੀਆਂ ਨੇ। ਇੱਕ ਪਾਸੇ ਤਾਂ ਲਗਾਤਾਰ ਇਨਫਰਟੀਲਿਟੀ ਕੇਸ ਵੱਧ ਰਹੇ ਸਨ, ਟੈਸਟ ਟਿਊਬ ਬੇਬੀ ਦਾ ਟ੍ਰੈਂਡ ਆ ਰਿਹਾ ਸੀ, ਇਸ ਤਰ੍ਹਾਂ ਦੀ ਨਵੀਂ ਟੈਕਨੀਕ ਆ ਰਹੀ ਸੀ ਜਿਸ ਦੇ ਨਾਲ ਬੱਚੇ ਪੈਦਾ ਹੋ ਸਕਦੇ ਸਨ, ਜਿਹੜੀਆਂ ਮਾਵਾਂ ਕਿਤੇ ਨਾ ਕਿਤੇ ਬੱਚੇ ਪੈਦਾ ਨਹੀਂ ਸੀ ਕਰ ਸਕਦੀਆਂ। ਦੂਸਰੇ ਪਾਸੇ ਕੀ ਸੀ ਕਿ ਇੱਕ ਨਵੀਂ ਤਰ੍ਹਾਂ ਦਾ ਜੋ ਵਰਲਡ ਆਰਡਰ ਚੇਂਜ ਹੋਇਆ ਭਾਰਤ ਦੇ ਵਿੱਚ 1990 ਤੋਂ ਬਾਅਦ, ਉਸ ਦੇ ਵਿੱਚ ਸਾਡੇ ਕੋਲ ਇੱਕ ਪ੍ਰੈਸ਼ਰ ਵਧਿਆ। ਉਹ ਪ੍ਰੈਸ਼ਰ ਸੀ ਕਿ ਪੜ੍ਹਾਈ ਤੋਂ ਬਾਅਦ ਹਰ ਮੁੰਡਾ ਜਾਂ ਹਰ ਸਟੂਡੈਂਟਸ ਦੇ ਅੰਦਰ ਇੱਕ ਪ੍ਰੈਸ਼ਰ ਰਹਿੰਦਾ ਆ ਕਿ ਮੈਂ ਆਪਣਾ ਕਰੀਅਰ ਬਣਾਉਣਾ ਹੈ। ਕਰੀਅਰ ਬਣਾਉਣ ਦੇ ਚੱਕਰ ਦੇ ਵਿੱਚ ਉਹਦਾ ਇੱਕ ਆਮ ਰਾਏ ਇਹ ਹੁੰਦੀ ਹੈ ਕਿ ਜਿਸ ਦਿਨ ਮੈਂ ਪੂਰੀ ਸੈਟਲਮੈਂਟ ਕਰ ਲਾਂਗਾ ਉਸ ਦਿਨ ਵਿਆਹ ਕਰਾਵਾਂਗਾ। ਇਹ ਦੋ ਚੀਜ਼ਾਂ 10-11 ਸਾਲ ਬਾਅਦ ਸਾਡੇ ਕੋਲ ਇਸ ਤਰ੍ਹਾਂ ਆਈਆਂ ਕਿ ਜਦੋਂ ਨੈਸ਼ਨਲ ਫੈਮਿਲੀ ਹੈਲਥ ਸਰਵੇ ਆਉਂਦਾ ਆ ਤਾਂ ਉਸ ਦੇ ਵਿੱਚ ਸਾਨੂੰ ਇੱਕ ਨਵੀਂ ਗੱਲ ਪਤਾ ਲੱਗਦੀ ਹੈ ਜੋ ਭਾਰਤ ਦੇ ਲਿਹਾਜ਼ ਤੋਂ ਚਰਚਾ ਕਰਨੀ ਉਸ ਦੀ ਬਹੁਤ ਜ਼ਰੂਰੀ ਹੈ, ਪੜਚੋਲ ਕਰਨੀ ਬਹੁਤ ਜ਼ਰੂਰੀ ਹੈ। ਇਸ ਵਕਤ ਕੀ ਹੋ ਰਿਹਾ ਕਿ ਫਰਟੀਲਿਟੀ ਰੇਟ ਘਟ ਰਿਹਾ। ਦੁਨੀਆ ਦਾ ਫਰਟੀਲਿਟੀ ਮਾਨਕ ਜੋ ਤੈਅ ਕੀਤਾ ਉਹ ਹੈਗਾ ਆ 2.1। ਇਹਨੂੰ ਥੋੜ੍ਹਾ ਇਸ ਤਰ੍ਹਾਂ ਸਮਝੀਏ ਕਿ ਮੰਨ ਲਓ 10 ਜੋੜੇ ਨੇ, 10 ਕਪਲ ਨੇ, ਉਹ 20 ਬੱਚੇ ਪੈਦਾ ਕਰਦੇ ਹੋਏ ਇੱਕ ਹੋਰ ਪੈਦਾ ਕਰਨਗੇ, ਯਾਨੀ ਕਿ 10 ਕਪਲ 21 ਬੱਚੇ ਪੈਦਾ ਕਰਨਗੇ। 2.1 ਜੇ ਦੁਨੀਆ ਦੇ ਵਿੱਚ ਜਨਸੰਖਿਆ ਦਾ ਪੂਰਾ ਵਰਲਡ ਆਰਡਰ ਅਸੀਂ ਬਰਕਰਾਰ ਰੱਖਣਾ ਆ, ਪਰ ਭਾਰਤ ਦੇ ਅੰਦਰ ਇਹ 2.0 ਆ ਗਿਆ। ਪੰਜਾਬ ਦੇ ਅੰਦਰ ਇਸ ਦੀ ਹਾਲਤ ਹੋਰ ਬਹੁਤ ਖਤਰਨਾਕ ਹੈ, ਇਹ 1.6 ਹੈ। ਅਤੇ ਇਸ ਨੂੰ ਜੇ ਹੋਰ ਖੋਲ੍ਹ ਕੇ ਸਮਝਿਆ ਜਾਵੇ ਤਾਂ ਬਹੁਤ ਸਾਰੇ ਮਾਹਰ ਇਹ ਕਹਿੰਦੇ ਹੈ ਕਿ ਪੰਜਾਬ ਦੇ ਅੰਦਰ ਬਿਹਾਰ ਜਾਂ ਯੂਪੀ ਤੋਂ ਵਸੋਂ ਹੈ, ਉਹਨਾਂ ਦਾ ਵੀ ਇੱਕ ਪੂਰਾ ਕੈਲਕੂਲੇਸ਼ਨ ਵਿੱਚ ਹੀ ਹੈ। ਜੇ ਉਸ ਦੇ ਵਿੱਚ ਇਕੱਲਾ ਪੰਜਾਬੀਆਂ ਦਾ ਕੱਢ ਦਿੱਤਾ ਜਾਵੇ, ਪੰਜਾਬੀਆਂ 'ਚੋਂ ਵੀ ਇਕੱਲਾ ਸਿੱਖਾਂ ਦਾ ਕੱਢ ਦਿੱਤਾ ਜਾਵੇ ਤਾਂ ਉਹ ਹੋਰ ਵੀ ਬਹੁਤ ਅਜੀਬ ਹੋ ਜਾਏਗਾ। ਉਹ 1.2 ਹੀ ਹੋ ਸਕਦਾ ਹੈ, ਯਾਨੀ ਕਿ 10 ਜਾਣਿਆਂ ਦਾ ਜੋੜਾ ਸਿਰਫ 12 ਬੱਚੇ ਪੈਦਾ ਕਰ ਰਿਹਾ। ਹੋਣਾ ਕੀ ਚਾਹੀਦਾ? 21 ਬੱਚੇ ਪੈਦਾ ਹੋਣੇ ਚਾਹੀਦੇ ਨੇ। ਇਹ ਨਵੀਂ ਤਰ੍ਹਾਂ ਦਾ ਜੋ ਸੈਟਅਪ ਆਇਆ, ਇਸ ਦੇ ਵਿੱਚ ਸਾਨੂੰ ਕਿੰਨੀ ਕੁ ਚਿੰਤਾ ਕਰਨ ਦੀ ਲੋੜ ਹੈ ਜਾਂ ਇਹ ਪੂਰਾ ਸੈਟਅਪ ਕਿਵੇਂ ਖੜ੍ਹਾ ਹੋਇਆ ਆ। ਦੁਨੀਆ ਦੇ ਵਿੱਚ ਵੀ ਇਸ ਨੂੰ ਲੈ ਕੇ ਬਹੁਤ ਸਾਰੀਆਂ ਚੀਜ਼ਾਂ ਅਸੀਂ ਵੇਖਦੇ ਆ ਰਹੇ ਹਾਂ। ਜਾਪਾਨ ਦੀਆਂ ਅਸੀਂ ਖਬਰਾਂ ਪੜ੍ਹਦੇ ਹਾਂ ਕਿ ਜਾਪਾਨ ਦੇ ਅੰਦਰ ਬੰਦੇ ਉਪਰਾਮ ਹੋ ਗਏ ਨੇ, ਉਹ ਨਹੀਂ ਵਿਆਹ ਕਰਨਾ ਚਾਹੁੰਦੇ। ਅਮਰੀਕਾ ਦੇ ਅੰਦਰ ਖਾਸ ਤੌਰ 'ਤੇ ਇਸ ਤਰ੍ਹਾਂ ਦਾ ਆਰਡਰ ਹੁੰਦਾ ਆ ਕਿ ਬਹੁਤ ਸਾਰੇ ਕਪਲ ਸਿਰਫ ਇਸ ਪਾਲਿਸੀ 'ਤੇ ਜਾਂ ਇਸ ਸਮਝੌਤੇ 'ਤੇ ਆ ਕੇ ਵਿਆਹ ਕਰਦੇ ਆ ਕਿ ਅਸੀਂ ਸਿੰਗਲ ਪੇਰੈਂਟ ਰਹਿਣਾ ਆ, ਯਾਨੀ ਕਿ ਕਿਸੇ ਤਰ੍ਹਾਂ ਦਾ ਕੋਈ ਬੱਚਾ ਪੈਦਾ ਹੀ ਨਹੀਂ ਕਰਨਾ। ਇਹ ਪੂਰੀ ਪ੍ਰੋਸੈਸ ਕੀ ਆ, ਇਸ ਦੇ ਬਾਰੇ ਅੱਜ ਆਪਾਂ ਚਰਚਾ ਕਰਾਂਗੇ। ਥੋੜ੍ਹਾ ਜਿਹਾ ਵਿਸ਼ਾ ਨਵਾਂ ਆ ਪਰ ਇਸ ਵਿਸ਼ੇ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਸਤਿ ਸ਼੍ਰੀ ਅਕਾਲ, ਮੈਂ ਹਰਪ੍ਰੀਤ ਸਿੰਘ ਕਾਲੂ, ਤੁਸੀਂ ਵੇਖ ਰਹੇ ਦੀ ਅਨਮਿਊਟ। ਅਤੇ ਸਾਡੇ ਦੀ ਅਨਮਿਊਟ ਦੇ ਅੰਦਰ ਅੱਜ ਸਾਡੇ ਮਹਿਮਾਨ ਨੇ ਡਾਕਟਰ ਅਮਰ ਆਜ਼ਾਦ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ। ਸਤਿ ਸ਼੍ਰੀ ਅਕਾਲ। ਮੈਂ ਜਿਹੜੀ ਇਹ ਗੱਲ ਕਰ ਰਿਹਾ ਸੀ, ਸਭ ਤੋਂ ਪਹਿਲਾਂ ਆਪਾਂ ਇਸ ਦੀ ਰਿਪੋਰਟ 'ਤੇ ਹੀ ਆ ਜਾਈਏ। ਜਿਹੜੀ ਨੈਸ਼ਨਲ ਫੈਮਿਲੀ ਹੈਲਥ ਸਰਵੇ ਦੀ ਰਿਪੋਰਟ ਆਈ ਹੈ, ਤੁਸੀਂ ਇਸ ਰਿਪੋਰਟ ਨੂੰ ਕਿਵੇਂ ਵੇਖਦੇ ਹੋ? ਇਹ ਕਾਲੂ ਸਾਹਿਬ ਬਹੁਤ ਹੀ ਜਿਹਨੂੰ ਕਹਿੰਦੇ ਧਮਾਕਾਪੂਰਨ ਖਬਰ ਹੈ ਇਹ ਜੀ, ਜਿਹਨੂੰ ਕਿ ਸਿਰਫ ਬਹੁਤ ਥੋੜ੍ਹੇ ਚੰਦ ਲੋਕਾਂ ਨੇ ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਹੈ ਕਿ ਇਹਦਾ ਕੀ ਮਤਲਬ ਹੈ, ਸਿਰਫ ਉਹਨਾਂ ਨੇ ਨੋਟ ਕੀਤਾ, ਬਾਕੀ ਇਗਨੋਰ ਹੋ ਗਈ ਹੈ। ਉਹਦੇ 'ਚ ਕਾਰਨ ਇਹ ਹੈ ਕਿ ਹੁਣ ਤੱਕ ਪਿਛਲੇ 50-60 ਸਾਲ ਤੋਂ ਸੁਣ ਰਹੇ ਹਾਂ ਕਿ ਆਬਾਦੀ ਜਿਹੜੀ ਆ ਉਹ ਵੱਧ ਰਹੀ ਹੈ ਬਹੁਤ ਜ਼ਿਆਦਾ। ਬਿਲਕੁਲ, ਮਤਲਬ ਜਿਹਨੂੰ ਕਹਿੰਦੇ ਆ ਐਕਸਪਲੋਜਨ ਹੋ ਰਿਹਾ, ਧਮਾਕਾ ਹੋ ਰਿਹਾ ਆਬਾਦੀ ਦਾ, ਅਤੇ ਦੁਨੀਆ ਨੂੰ ਆਬਾਦੀ ਨੇ ਜਿਹੜੀ ਧਰਤੀ ਨੇ ਇੰਨਾ ਬੋਝ ਬਣ ਜਾਣਾ ਕਿ ਧਰਤੀ ਨੇ ਗਰਕ ਜਾਣਾ। ਬਿਲਕੁਲ, ਇੱਥੋਂ ਤੱਕ ਮਤਲਬ ਡਰਾਇਆ ਗਿਆ ਸਾਨੂੰ ਵੀ ਧਰਤੀ ਨੇ ਤਾਂ ਪਾਪੂਲੇਸ਼ਨ ਦੇ ਬੋਝ ਥੱਲੇ ਗਰਕ ਜਾਣਾ। ਅੱਜ ਵੀ ਇਹੋ ਜਿਹੇ ਲੋਕ ਹੈਗੇ ਆ, ਬਿਲ ਗੇਟਸ ਵਰਗੇ ਜਾਂ ਹੋਰ ਇਹੋ ਜਿਹੇ ਨੇ ਜਿਹੜੇ ਕਿ ਇਹੀ ਇਸੇ ਥੀਸਿਸ ਨੂੰ ਲੈ ਕੇ ਬੈਠੇ ਆ ਕਿ ਜਿਹੜੀ ਧਰਤੀ ਦੀ ਆਬਾਦੀ ਹੈ ਧਰਤੀ ਦੇ ਉੱਪਰ ਉਹ ਬਹੁਤ ਜ਼ਿਆਦਾ ਹੈ, ਅਤੇ ਉਹ ਜਿਹੜੀ ਕਲਾਈਮੈਟਿਕ ਚੇਂਜ ਹੋ ਰਹੀ ਹੈ ਉਹਦੇ ਕਰਕੇ ਹੋ ਰਹੀ ਹੈ।
ਪਾਪੂਲੇਸ਼ਨ ਕਰਕੇ ਹੋ ਰਹੀ ਹੈ ਤੇ ਇਸ ਕਰਕੇ ਪਾਪੂਲੇਸ਼ਨ ਨੂੰ ਘਟਾਉਣਾ ਬਹੁਤ ਜ਼ਰੂਰੀ ਹੈ ਜੀ। ਸੋ ਉੱਥੋਂ ਲੈ ਕੇ ਜਿਹੜਾ ਉਹ ਪੁਰਾਣਾ ਥੀਸਿਸ ਸੀ ਮਾਲਥੂਸੀਅਨ ਕਿ ਪਾਪੂਲੇਸ਼ਨ ਜ਼ਿੰਮੇਵਾਰ ਹੈ ਸਾਰੀਆਂ ਸਮੱਸਿਆਵਾਂ ਦਾ ਤੇ ਪਾਪੂਲੇਸ਼ਨ ਐਕਸਪਲੋਜਨ ਹੋ ਰਿਹਾ, ਉੱਥੋਂ ਲੈ ਕੇ ਹੁਣ ਤੱਕ ਜਿਹੜਾ ਟ੍ਰੈਂਡ ਆ ਰਿਹਾ ਕਿ ਪਾਪੂਲੇਸ਼ਨ ਘਟਾਉਣੀ ਹੈ ਜੀ। ਘਟਾਉਣੀ ਦਾ ਤੁਸੀਂ ਮਤਲਬ ਸਮਝ ਸਕਦੇ ਹੋ ਕੀ ਹੈ। ਬਿਲਕੁਲ। ਮਤਲਬ ਓਪਨਲੀ ਉਹ ਕਹਿ ਰਹੇ ਆ ਕਿ ਜਿਹੜੀ ਦੁਨੀਆ ਦੀ ਪਾਪੂਲੇਸ਼ਨ ਜਿਹੜੀ ਹੈ ਉਹ 25% ਘੱਟੋ ਘੱਟ 30% ਘਟਣੀ ਚਾਹੀਦੀ ਹੈ। ਤਾਂ ਇਹ ਜਿਹੜਾ ਸਾਰਾ ਬਹੁਤ ਖਤਰਨਾਕ ਟ੍ਰੈਂਡ ਹੈ ਜਿਹੜਾ ਕਿ ਬਿਲਕੁਲ ਹੀ ਅਨਸਾਇੰਟਿਫਿਕ ਹੈ ਜੀ। ਕੋਈ ਵਿਗਿਆਨਕ ਅੰਕੜੇ ਕੋਈ ਵਿਗਿਆਨ ਇਹਨੂੰ ਸਪੋਰਟ ਨਹੀਂ ਕਰਦਾ ਔਰ ਵਿਗਿਆਨ ਉਲਟਾ ਜਿਹੜਾ ਕਿ ਨੈਸ਼ਨਲ ਫੈਮਿਲੀ ਹੈਲਥ ਸਰਵੇ ਇੰਡੀਆ 'ਚ ਨਿਕਲਿਆ ਇਹ ਪੂਰੇ ਦੁਨੀਆ ਦਾ ਟ੍ਰੈਂਡ ਹੈ। ਹਾਂ ਸਭ ਕੋ ਕੱਲਾ ਹਿੰਦੁਸਤਾਨ ਦਾ ਨਹੀਂ ਹੈ, ਪੂਰੇ ਦੁਨੀਆ ਦਾ। ਅਫਰੀਕਾ ਨੂੰ ਛੱਡ ਕੇ, ਅਫਰੀਕਾ ਦੇ ਵਿੱਚ ਕਿਉਂਕਿ ਅਜੇ ਵੀ ਉਹ ਜਿਹੜਾ ਪਛੜੇ ਹੋਏ ਸਮਾਜ ਨੇ, ਬਹੁਤ ਜ਼ਿਆਦਾ ਗਰੀਬੀ ਹੈ ਉੱਥੇ। ਅਫਰੀਕਾ ਨੂੰ ਛੱਡ ਦਿਓ ਕੱਲੇ ਨੂੰ ਤੁਸੀਂ ਜੀ। ਈਵਨ ਏਸ਼ੀਆ ਜਿਹੜਾ ਯੂਰਪ ਤੋਂ ਬਹੁਤ ਪਹਿਲਾਂ ਕਈ ਸਾਲਾਂ ਤੋਂ ਜਿਹੜਾ ਥੱਲਾ ਨੈਗੇਟਿਵ ਗਰੋਥ ਚਲਾ ਗਿਆ ਉਹ, ਤੇ ਅਮਰੀਕਾ ਵੀ ਚਲਾ ਗਿਆ। ਹੁਣ ਤਾਂ ਏਸ਼ੀਆ ਜਿਹੜਾ ਉਹ ਵੀ 2 ਤੋਂ ਥੱਲੇ ਆ ਗਿਆ, 2.1 ਤੇ ਆ ਗਿਆ। ਬਿਲਕੁਲ। ਤੇ ਉਹ ਜਿਹੜਾ ਸਾਰਾ ਟ੍ਰੈਂਡ ਹੈ ਕਿਤੇ ਨਾ ਕਿਤੇ ਇਹ ਬਹੁਤ ਹੀ ਨੋਟ ਕਰਨ ਵਾਲਾ ਹੈ, ਕਿਉਂਕਿ ਇਹ ਜਿਹੜਾ ਸਾਰਾ ਸਾਨੂੰ ਕਹਿ ਕੇ ਰੀਅਲ ਮੁੱਦਿਆਂ ਨੂੰ ਰੋਲਣ ਵਾਸਤੇ ਮਨੁੱਖਤਾ ਦੇ ਰੀਅਲ ਮੁੱਦੇ ਨੇ ਜੀ। ਹਰ ਕੰਟਰੀ ਦੇ ਆਪਣੇ ਰੀਅਲ ਮੁੱਦੇ ਨੇ, ਹਰ ਰੀਜਨ ਦੇ ਆਪਣੇ ਰੀਅਲ ਮੁੱਦੇ ਨੇ। ਸਿਰਫ ਉਹਨਾਂ ਮੁੱਦਿਆਂ ਤੋਂ ਭੜਕਾਉਣ ਵਾਸਤੇ ਇੱਕ ਐਸਾ ਇਮੈਜਨਰੀ ਔਰ ਬਿਲਕੁਲ ਜਿਹਨੂੰ ਕਹਿੰਦੇ ਆ ਅਖੌਤੀ ਵਿਗਿਆਨ ਦੇ ਥੱਲੇ ਲੈ ਕੇ ਇਹਨਾਂ ਨੇ ਸਾਨੂੰ ਡੈਮੋਗ੍ਰਾਫਿਕ ਅੰਕੜੇ ਦੇ ਕੇ ਵੀ ਆਬਾਦੀ ਦਾ ਜਿਹੜਾ ਬੰਬ ਹੈ ਇਹ ਤਾਂ ਐਟਮ ਬੰਬ ਹੈ। ਬਿਲਕੁਲ। ਬਹੁਤ ਲੋਕਾਂ ਨੇ ਕਿਹਾ ਵੀ ਵੀ ਆਰ ਸਿਟਿੰਗ ਔਨ ਐਟਮ ਬੰਬ ਆਫ ਪਾਪੂਲੇਸ਼ਨ। ਇਹ ਸਾਰੇ ਦਾ ਸਾਰਾ ਕਿਤੇ ਨਾ ਕਿਤੇ ਬਹੁਤ ਫਰਾਡ ਨਿਕਲਿਆ ਔਰ ਇਹ ਮੈਂ ਸਮਝਦਾ ਨੈਸ਼ਨਲ ਫੈਮਿਲੀ ਹੈਲਥ ਸਰਵੇ ਨੇ ਉਹਨਾਂ ਲੋਕਾਂ ਦਾ ਭੰਡਾ ਫੋੜ ਕਰਤਾ ਹਿੰਦੁਸਤਾਨ ਦੇ ਵਿੱਚ, ਜਦੋਂ ਕਿ ਹਿੰਦੁਸਤਾਨ ਦੀ ਜਿਹੜੀ ਆਬਾਦੀ 2.1 ਜਿਹੜੀ ਕਿ ਮੇਨਟੇਨੈਂਸ ਲੈਵਲ ਹੈ, ਉਹ ਮਤਲਬ ਸਾਇੰਟਿਸਟ ਖੁਦ ਕਹਿ ਰਹੇ ਆ ਕਿ 2.1 ਤੋਂ ਥੱਲੇ ਨਹੀਂ ਹੋਣੀ ਚਾਹੀਦੀ ਜੀ, ਨਹੀਂ ਹੋਣੀ ਚਾਹੀਦੀ। ਬਿਲਕੁਲ। 2.1 ਤੋਂ ਥੱਲੇ ਜਾਏਗੀ ਤਾਂ ਥੋੜਾ ਸਾਰਾ ਸੋਸ਼ਲ ਬੈਲੈਂਸ ਜਿਹੜਾ ਵਿਗੜੇਗਾ, ਕਿਉਂਕਿ ਜਿਹੜੇ 올ਡ ਪਾਪੂਲੇਸ਼ਨ ਬਹੁਤ ਜ਼ਿਆਦਾ ਹੋ ਜਾਂਦੀ ਹੈ, ਯੰਗ ਬਹੁਤ ਘੱਟ ਜਾਂਦੀ ਹੈ, ਤੇ ਉਹਦੇ ਨਾਲ ਸਾਰਾ ਸਮਾਜ ਜਿਹੜਾ ਉਹ ਤਹਿਸ ਨਹਿਸ ਹੁੰਦਾ ਜੀ। ਉਹ 2 ਤੇ ਆ ਗਿਆ। ਈਵਨ ਜਾਪਾਨ ਦੇ ਅੰਦਰ ਵੀ ਇਹੋ ਮਸਲਾ ਆ। ਜਾਪਾਨ ਦਾ ਬਹੁਤ ਘਟ ਗਿਆ ਕਿਉਂਕਿ ਬਹੁਤ ਜ਼ਿਆਦਾ ਬਜ਼ੁਰਗ ਵੱਧ ਰਹੇ ਨੇ, ਨਵੀਂ ਜਨਰੇਸ਼ਨ ਆ ਨਹੀਂ ਰਹੀ, ਤੇ ਹੋਣਾ ਇਹ ਚਾਹੀਦਾ ਸੀ ਵੀ ਜਿਹੜਾ ਹਮ ਦੋ ਹਮਾਰੇ ਦੋ ਸੀ ਉਹ ਤਾਂ ਇਹੋ ਸੀ ਵੀ ਕਿਤੇ ਨਾ ਕਿਤੇ ਜੇ ਅਸੀਂ ਦੋਵਾਂ ਤੇ ਆਪਣੀ ਜਗ੍ਹਾ ਰਿਪਲੇਸ ਕਰਕੇ ਜਾਓ 2 ਹੋਰ। ਤੇ ਹੁਣ ਜਿਹੜਾ ਆਪਣੇ ਵਰਡ ਆਰਡਰ ਹੈ ਉਹਦੇ ਵਿੱਚ 2.1 ਹੈ, ਯਾਨੀ ਕਿ ਜੇ ਤੁਸੀਂ ਮਤਲਬ 20 ਜਾਣੇ ਹੋ ਤੇ 21 ਜਾਣੇ ਰਿਪਲੇਸ ਕਰਕੇ ਜਾਓ। ਇਸ ਰਿਪਲੇਸ ਦੇ ਅੰਦਰ ਮੈਂ ਦੇਖ ਰਿਹਾ ਕਿ ਇੱਕ ਪਾਸੇ ਤਾਂ ਕੋਰੀਆ ਵਰਗਿਆਂ ਨੇ ਤਾਂ ਡੇਟਿੰਗ ਐਪ ਤੱਕ ਇੰਟਰੋਡਿਊਸ ਕਰਤੀਆਂ ਇਸੇ ਚੀਜ਼ ਨੂੰ ਹੁੰਗਾਰਾ ਦੇਣ ਦੇ ਲਈ, ਤੇ ਬਹੁਤ ਸਾਰੀ ਥਾਵਾਂ ਤੇ ਇਹ ਵੀ ਹੈ ਕਿ ਜੇ ਤੁਸੀਂ ਇਸ ਤਰ੍ਹਾਂ ਬੱਚੇ ਪੈਦਾ ਕਰੋਗੇ ਤੇ ਉਹਦੇ ਨਾਲ ਤੁਹਾਨੂੰ ਖਾਸ ਤਰ੍ਹਾਂ ਦਾ ਪ੍ਰਿਵਿਲੇਜ ਦਿੱਤਾ ਜਾਏਗਾ। ਤੇ ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਵੀ ਬਿਆਨ ਆਉਂਦੇ ਜਿਹੜੇ ਅਸੀਂ ਹਾਸੋਹੀਣੇ ਢੰਗ ਦੇ ਨਾਲ ਉਡਾ ਦਿੰਦੇ ਆ ਜਾਂ ਵਿਰੋਧ ਕਰ ਦਿੰਦੇ ਆ, ਤੇ ਅਸੀਂ ਕਹਿ ਦਿੰਦੇ ਆ ਕਿ ਇਹ ਦਕੀਆਨੂਸੀ ਵਿਚਾਰ ਹੈ। ਜਿਵੇਂ ਮੇਰੇ ਯਾਦ ਹੈ ਕਿ ਪੋਪ ਨੇ ਕਿਹਾ ਸੀ ਕਿ ਜੇ ਤੁਸੀਂ ਇਸ ਤਰ੍ਹਾਂ ਆਰਡਰ ਚੇਂਜ ਕਰ ਰਹੇ ਹੋ ਤਾਂ ਇਹ ਤੁਸੀਂ ਇੱਕ ਤਰ੍ਹਾਂ ਦਾ ਮਨੁੱਖਤਾ ਦਾ ਘਾਣ ਕਰ ਰਹੇ ਹੋ। ਤੇ ਸਾਬਕਾ ਅਕਾਲ ਤਖਤ ਜਥੇਦਾਰ ਨੇ ਵੀ ਕਿਹਾ ਸੀ ਕਿ ਸਿੱਖਾਂ ਨੂੰ ਆਪਣੇ ਘਰਾਂ ਦੇ ਅੰਦਰ 4 ਬੱਚੇ ਪੈਦਾ ਕਰਨੇ ਚਾਹੀਦੇ ਨੇ। ਜਦੋਂ ਇਸ ਤਰ੍ਹਾਂ ਦੇ ਬਿਆਨ ਆਉਂਦੇ ਆ ਤੇ ਬੜੀ ਹਾਸੋਹੀਣੀ ਪੋਜੀਸ਼ਨ ਦੇ ਨਾਲ ਅਸੀਂ ਕਰ ਦਿੰਦੇ ਆ, ਜਾਂ ਜੇ ਕੋਈ 2 ਦੀ ਜਗ੍ਹਾ 3 ਬੱਚੇ ਕਿਸੇ ਪਰਿਵਾਰ 'ਚ ਹੋ ਜੇ ਅਸੀਂ ਉਹਨੂੰ ਇੱਕ ਸ਼ਰਮਿੰਦਗੀ ਦੇ ਲਿਹਾਜ਼ ਨਾਲ ਟਰੀਟ ਕਰਨਾ ਜਾਂਦੇ, ਉਹਨਾਂ ਨੂੰ ਮਖੌਲ ਕਰ ਰਹੇ ਹੁੰਦੇ ਆ। ਕਿਤੇ ਨਾ ਕਿਤੇ ਪੂਰੀ ਪ੍ਰੋਸੈਸ ਜਾਂ ਬਣਤਰ ਬਦਲਣ ਦੀ ਕਿੱਥੇ ਲੋੜ ਆ ਤੁਹਾਡੇ ਮੁਤਾਬਕ? ਦੇਖੋ ਗੱਲ ਸਭ ਇੱਦਾਂ ਹੈ, ਜਿਹੜਾ ਤੁਸੀਂ ਦਿੱਤਾ ਨਾ ਰੈਫਰੈਂਸ ਧਾਰਮਿਕ ਆਗੂਆਂ ਦਾ, ਇਹ ਬਹੁਤ ਹੀ ਇੱਕ ਸਮਝਦੇ ਨਹੀਂ ਰੈਲੇਵੈਂਟ ਗੱਲ ਹੈ, ਬਿਲਕੁਲ ਜਾਇਜ਼ ਗੱਲ ਹੈ ਜੀ, ਕਿਉਂਕਿ ਧਾਰਮਿਕ ਆਗੂ ਜਿਹੜੇ ਹੁੰਦੇ ਆ ਉਹਨਾਂ ਦੀ ਆਪਣੀ ਕਿਸਮ ਦੀ ਇੱਕ ਸਮਝ ਹੁੰਦੀ ਹੈ। ਬਿਲਕੁਲ। ਜਿਹੜੇ ਅੱਜ ਕੱਲ੍ਹ ਸੋ ਕਾਲਡ ਜਿਹੜੇ ਵਿਗਿਆਨਕ ਸਮਝਦੇ ਲੋਕ ਨੇ, ਉਹ ਧਰਮ ਨੂੰ ਬਿਲਕੁਲ ਪਛੜਿਆ ਸਮਝ ਕੇ ਗੱਲ ਕਰਦੇ ਆ ਜੀ। ਲੇਕਿਨ ਜਿਹੜੇ ਉਹ ਬਜ਼ੁਰਗ ਸੀ ਸਾਡੇ ਤੁਸੀਂ ਧਰਮ ਦੇ ਜੇਕਰ ਪਿਛੋਕੜ ਲਈਏ ਆਪਾਂ, ਤਾਂ ਤੁਸੀਂ ਉਹਨਾਂ ਗੁਰੂਆਂ ਦਾ ਦੇਖੋ, ਉਹਦਾ ਲੈਵਲ ਦੇਖੋ ਕੀ ਸੀਗਾ ਜੀ। ਗੁਰੂ ਨਾਨਕ ਸਾਹਿਬ ਨੂੰ ਲੈ ਲਈਏ, ਅੱਜ ਦਾ ਕੋਈ ਵਿਗਿਆਨ ਹੁੰਦੀ ਉਹਦਾ ਮੁਕਾਬਲਾ ਕਰ ਲੇਗਾ। ਸੋ ਇਸ ਕਰਕੇ ਜਿਹੜਾ ਉਹ ਜਿਹੜੇ ਸਾਡੇ ਧਾਰਮਿਕ ਲੀਡਰ ਹੁੰਦੇ ਆ ਬਹੁਤ ਸੁਲਝੇ ਹੋਏ ਸਿਆਣੇ ਹੁੰਦੇ ਆ, ਉਹਨਾਂ ਨੂੰ ਸਾਰੀ ਬੈਕਗਰਾਊਂਡ ਦਾ ਪਿਛੋਕੜ ਪਤਾ ਹੁੰਦਾ। ਉਹ ਜਿਹੜੀ ਉਹਨਾਂ ਦੇ ਬਿਆਨ ਨੇ ਬਿਲਕੁਲ ਸਹੀ ਨੇ, ਕਿਉਂਕਿ ਮਨੁੱਖਤਾ ਅਗਰ ਬਚਾਉਣੀ ਹੈ ਤੁਸੀਂ, ਕਿ ਮਨੁੱਖ ਜਿਹੜਾ ਹੁੰਦਾ ਹੈ ਜੀ, ਮਨੁੱਖ ਐਸੀ ਇੱਕ ਕ੍ਰੀਏਸ਼ਨ ਹੈ ਨੇਚਰ ਦੀ, ਐਸੀ ਕੁਦਰਤ ਦੀ ਸਰੋਤ ਹੈ ਜੀ, ਜਿਹਨੇ ਕਿ ਬਾਕੀ ਸਰੋਤਾਂ ਨੂੰ ਸੰਵਾਰਨਾ ਹੁੰਦਾ, ਧਰਤੀ ਨੂੰ ਸੰਵਾਰਨਾ, ਬਾਕੀ ਕੁਦਰਤੀ ਸਰੋਤਾਂ ਨੂੰ ਪ੍ਰੋਪਰ ਢੰਗ ਨਾਲ ਯੂਜ਼ ਕਰਨਾ। ਖੇਤੀ ਉਦਾਹਰਨ ਦੇ ਤੌਰ ਤੇ ਬਹੁਤ ਵੱਡਾ ਸਰੋਤ ਹੈ ਕੁਦਰਤ ਦਾ। ਹੁਣ ਖੇਤੀ ਮੈਨੂੰ ਦੱਸੋ ਵੀ ਬੰਦੇ ਤੋਂ ਬਿਨਾਂ ਕਿੱਦਾਂ ਹੋ ਜਾਏਗੀ? ਬਿਲਕੁਲ। ਅੱਜ ਜੇ ਪੰਜਾਬ ਦੇ ਵਿੱਚੋਂ ਯੂਪੀ ਬਿਹਾਰ ਦੀ ਲੇਬਰ ਆਉਣੀ ਬੰਦ ਹੋ ਜਾਏ ਤਾਂ ਪੰਜਾਬ ਦੀ ਸਾਰੀ ਇਕਨੋਮੀ ਜਿਹੜੀ ਆ ਉਹ ਤਹਿਸ ਨਹਿਸ ਹੋ ਜਾਏਗੀ। ਬਿਲਕੁਲ। ਸਿਰਫ ਉਹ ਜੋ ਬਿਹਾਰ ਹੈ ਇੱਕ ਸੂਬਾ ਸਭ ਤੋਂ ਵੱਧ ਜਿਹਦੀ 3 ਹੈ ਜੀ TFR ਟੋਟਲ ਫਰਟੀਲਿਟੀ ਰੇਟ, ਔਰ ਯੂਪੀ ਦਾ 2.4 ਹੈ। ਬਿਹਾਰ, ਯੂਪੀ, ਮੇਘਾਲਿਆ, ਮਣੀਪੁਰ ਤੇ
ਤੇ ਆਈ ਥਿੰਕ ਉਸ ਤੋਂ ਬਾਅਦ ਮੱਧ ਪ੍ਰਦੇਸ਼ ਤੇ ਉਹਨਾਂ ਦੀ ਇੱਕ ਹੈ, ਝਾਰਖੰਡ ਵੀ ਸਭ ਤੋਂ ਜ਼ਿਆਦਾ ਝਾਰਖੰਡ ਤੇ ਮੱਧ ਪ੍ਰਦੇਸ਼ ਤਾਂ 2 ਤੇ ਆ ਗਿਆ ਹੋਇਆ। ਜੀ 2 ਤੇ ਆ ਗਿਆ ਹੋਇਆ। ਪਰ ਮਤਲਬ ਕਿ ਇਹਦੇ ਵਿੱਚ ਪੰਜਾਬ ਦੀ ਸਿਚੁਏਸ਼ਨ 1.6 ਤੇ ਆ ਤੇ ਮਤਲਬ 1.6 ਤੇ ਆ, ਯਾਨੀ ਕਿ 10 ਕਪਲ 16 ਬੱਚੇ ਪੈਦਾ ਕਰ ਰਿਹਾ ਤੇ ਵਰਲਡ ਆਰਡਰ 21 ਬੱਚਿਆਂ ਦੀ ਗੱਲ ਕਰ ਰਿਹਾ। ਭਾਰਤ ਦੇ ਅੰਦਰ 2.0 ਹੈ ਪਰ ਪੰਜਾਬ 'ਚ 1.6 ਹੈ। 1.6 ਉਹ ਇਹਦਾ ਨੈਗੇਟਿਵ ਗਰੋਥ ਦਾ ਬਹੁਤ ਗੰਭੀਰ ਸੱਟੇ ਨਿਕਲਣੇ ਆ ਅੱਗੇ ਜਾ ਕੇ। ਔਰ ਉਸ ਤੋਂ ਵੀ ਅੱਗੇ ਜਿਹੜਾ ਜਵਾਲਾ ਸਾਹਿਬ ਜਿਹੜਾ ਨਵਾਂ ਵਰਤਾਰਾ ਆ ਰਿਹਾ ਨਾ, ਉਹ ਹੈ ਕਿ ਸਾਡਾ ਰਿਪਰੋਡਕਟਿਵ ਸਿਸਟਮ ਵੈਸੇ ਹੀ ਡੈਮੇਜ ਬਹੁਤ ਜ਼ਿਆਦਾ ਹੋ ਰਿਹਾ ਜੀ। ਸਾਡੇ ਰਿਪਰੋਡਕਟਿਵ ਸਿਸਟਮ ਨੂੰ ਇੰਨਾ ਜ਼ਿਆਦਾ ਡੈਮੇਜ ਹੋ ਰਿਹਾ ਕਿ ਪ੍ਰੈਗਨੈਂਸੀ ਹੋ ਹੀ ਨਹੀਂ ਰਹੀਆਂ। ਬਿਲਕੁਲ ਇਹ ਤਾਂ ਗੱਲ ਆ ਗਈ ਨਾ ਕਿ ਕਰ ਨਹੀਂ ਰਹੇ ਬੱਚੇ। ਜਿਹੜੀ ਤੁਸੀਂ ਗੱਲ ਕਰ ਰਹੇ ਸੀਗੇ ਉਹ ਸੀਗੇ ਕਿ ਲਾਈਫ ਸਟਾਈਲ ਇਦਾਂ ਦਾ ਹੋ ਗਿਆ। ਨਹੀਂ, ਕਿਉਂਕਿ ਉਹ ਸਰਵੇ ਦੇ ਅੰਦਰ ਇਹ ਵੀ ਇਸ਼ਾਰਾ ਆ ਕਿ ਜਿਹੜਾ ਗਰਭ ਨਿਰੋਧਕ ਉਹ ਪੂਰਾ ਪ੍ਰੋਸੈਸ ਹੈ ਜਾਂ ਮਤਲਬ ਕਿ ਉਸ ਤਰ੍ਹਾਂ ਦੀ ਉਹਨੂੰ ਕਾਂਟਰਾਸੈਪਟਿਵਸ ਜਿਹੜਾ ਉਹ ਕਹਿੰਦੇ ਆ, ਮਤਲਬ ਇੱਕ ਤਾਂ ਉਹਦੀ ਵੀ ਤਾਦਾਦ ਦੇ ਨਾਲ ਇਹ ਗਰੋਥ ਘਟੀ ਆ। ਦੂਸਰਾ ਮਤਲਬ ਕਿ ਉਹਦੇ ਵਿੱਚ ਇਹ ਵੀ ਸਰਵੇ ਸੀ ਕਿ 1.5 ਸੀ ਕਿਸੇ ਵੇਲੇ, ਹੁਣ 1.9 ਯੂਜ਼ ਹੈ, ਯਾਨੀ ਕਿ ਨਿਰੋਧ ਦੀ ਯੂਜ਼ੇਜ ਵਧੀ ਆ, ਕੰਡਮ ਦੀ ਵੀ ਯੂਜ਼ੇਜ ਵਧੀ ਆ। ਤੇ ਕਿਤੇ ਨਾ ਕਿਤੇ ਇੰਨਾ ਕੌਨਸ਼ੀਅਸਨੈਸ ਜਿਹੜਾ ਉਹ ਇਕੱਲਾ ਫੈਮਿਲੀ ਪਲੈਨਿੰਗ ਦਾ ਹਿੱਸਾ ਤੇ ਨਹੀਂ ਆ, ਉਹਦੇ ਅੰਦਰ ਹੋਰ ਬਹੁਤ ਤਰ੍ਹਾਂ ਦੇ ਪ੍ਰੈਸ਼ਰ ਨੇ। ਨਹੀਂ, ਫੈਮਿਲੀ ਪਲੈਨਿੰਗ ਦਾ ਤਾਂ ਸਿਰਫ ਇੰਨਾ ਹੀ ਰੋਲ ਹੈ ਕਿ ਉਹਨਾਂ ਨੇ ਅਵੇਲੇਬਲ ਕਰਾਤੇ ਜੋ ਜਿਹੜੇ ਮੈਥਡਸ ਨੇ, ਤੇ ਅਵੇਲੇਬਲ ਹੋਣੇ ਵੀ ਚਾਹੀਦੇ ਆ ਜੀ। ਕਿਉਂਕਿ ਮਨੁੱਖ ਜਿਹੜਾ ਉਹ ਇੱਕ ਪਲੈਨਡ ਫੈਮਿਲੀ ਚਾਹੁੰਦਾ ਹੈ। ਬਿਲਕੁਲ। ਤਾਂ ਉਹਨੂੰ ਉਹਦੀ ਮਰਜ਼ੀ ਨਾਲ ਬੱਚਾ ਹੋਣਾ ਚਾਹੀਦਾ ਜੀ। ਪਰ ਮਰਜ਼ੀ ਜਿਹੜੀ ਜਿੱਦਾਂ ਪੈਦਾ ਹੋ ਰਹੀ ਉਹ ਬੜਾ ਖਤਰਨਾਕ ਵਰਤਾਰਾ ਹੈ। ਕਿਉਂਕਿ ਇੱਕ ਬੱਚੇ ਨੂੰ ਪੈਦਾ ਕਰਨ ਦੇ ਲਈ ਹਾਲਾਤ ਵੀ ਬਣਾਉਣੇ ਪੈਣਗੇ। ਬਿਲਕੁਲ ਬਿਲਕੁਲ। ਹਾਲਾਤ ਇਹ ਹੈ ਕਿ ਇਹ ਨਹੀਂ ਹੈ ਕਿ ਸ਼ਾਇਦ ਵੀ ਮਾਂ ਪਿਓ ਨਹੀਂ ਚਾਹੁੰਦੇ, ਪਰ ਗੱਲ ਹੈ ਵੀ ਇੱਕ ਪ੍ਰੋਸੈਸ ਹੈ ਜਿਹੜੀ ਉਹ ਪ੍ਰੋਸੈਸ ਬੜੀ ਅਜੀਬ ਬਣੀ ਪਈ ਹੈ। ਤੁਹਾਡੀ ਐਜੂਕੇਸ਼ਨ ਮਹਿੰਗੀ ਹੋਈ ਪਈ ਹੈ, ਤੁਸੀਂ ਇੱਕ ਬੱਚਾ ਹੀ ਅਫੋਰਡ ਕਰ ਸਕਦੇ ਹੋ। ਤੁਹਾਡੀ ਹੋਰ ਤਰ੍ਹਾਂ ਦੀ ਹੈਲਥ ਸਰਵਿਸ ਮਹਿੰਗੀ ਹੋਈ ਪਈ ਹੈ, ਤੁਹਾਡੇ ਬਾਕੀ ਖਰਚੇ ਹੈ। ਫਿਰ ਇੱਕ ਸਮਾਂ ਹੁੰਦਾ ਸੀ, ਆਪਾਂ ਦੇਖਦੇ ਹਾਂ ਕਿ ਆਪਣੇ ਦਾਦੇ ਬਾਬਿਆਂ ਦੇ ਅੰਦਰ ਵੀ 12 ਜਾਣਿਆਂ ਦਾ ਪਰਿਵਾਰ ਹੁੰਦਾ ਸੀ, ਇਕਲੌਤਾ ਇੱਕ ਜਾਣਾ ਕਮਾਉਂਦਾ ਹੁੰਦਾ ਸੀ, ਫਿਰ ਵੀ ਸਭ ਕੁਝ ਚੱਲ ਰਿਹਾ ਸੀ। ਹੁਣ ਪ੍ਰੋਸੈਸ ਇਹ ਹੈ ਕਿ ਜਦ ਤੱਕ ਘਰ ਦੇ ਅੰਦਰ ਮੀਆਂ ਬੀਵੀ ਦੋਵੇਂ ਨਾ ਕਮਾਉਣਗੇ ਤੇ ਘਰ ਨਹੀਂ ਚੱਲੇਗਾ। ਤੇ ਜਿਹੜੀ ਘਰ ਦੀ ਜਨਾਨੀ ਹੈ ਉਸ ਤੇ ਡਬਲ ਪ੍ਰੈਸ਼ਰ ਹੈ, ਕਿਉਂਕਿ ਉਹਨੇ ਆਪਣਾ ਬਾਹਰ ਵੀ ਕੰਮ ਕਰਨਾ ਹੈ, ਉਹ ਵੀ ਉਸ ਤਰ੍ਹਾਂ ਦਾ ਪ੍ਰੈਸ਼ਰ ਹੈ ਵਰਕਿੰਗ ਦਾ, ਤੇ ਘਰ ਦੇ ਅੰਦਰ ਵੀ ਉਹਨੇ ਕੰਮ ਕਰਨਾ, ਡਬਲ ਪ੍ਰੈਸ਼ਰ ਹੈ। ਇਸ ਪ੍ਰੈਸ਼ਰ ਦੇ ਅੰਦਰ ਫਿਰ ਕੋਈ ਕਿਉਂ ਚਾਹੇਗਾ ਕਿ ਉਹਦੇ 2 ਬੱਚੇ ਹੋਣ, 3 ਬੱਚੇ ਹੋਣ। ਯਾਨੀ ਕਿ ਜਦੋਂ ਆਪਾਂ ਫੈਮਿਲੀ ਪਲੈਨਿੰਗ ਦੀ ਗੱਲ ਕਰਦੇ ਹਾਂ ਤੇ ਉਹਦੇ ਅੰਦਰ ਇਸ ਤਰ੍ਹਾਂ ਦੀ ਜਿਹੜੀ ਇੱਕ ਇਕਨੋਮਿਕਲੀ ਗਰੋਥ ਹੈ ਜਾਂ ਇਹ ਮਾਰਕੀਟ ਹੈ, ਬਾਜ਼ਾਰ ਹੈ, ਉਹਦਾ ਵੀ ਬਹੁਤ ਵੱਡਾ ਹੱਥ ਹੈ। ਬਿਲਕੁਲ। ਕਾਰਪੋਰੇਟ ਮਾਡਲ ਜਿਹੜਾ ਨਾ ਬੇਸਿਕਲੀ ਇਹ ਡਿਵੈਲਪਮੈਂਟ ਦਾ ਕਾਰਪੋਰੇਟ ਮਾਡਲ ਹੈ, ਇਹਨੇ ਤੁਹਾਨੂੰ ਇੱਕ ਅਜੀਬ ਕਿਸਮ ਦੇ ਚੱਕਰ 'ਚ ਉਲਝਾ ਲਿਆ ਜੀ ਕਿ ਤੁਸੀਂ ਇਸ ਕਿਸਮ ਦੇ ਖਰਚੇ ਖੜੇ ਕਰ ਲਏ ਹੈ ਜਿਹਦੀ ਤੁਹਾਨੂੰ ਕੋਈ ਲੋੜ ਨਹੀਂ ਹੈ। ਜਦੋਂ ਨਾਰਮ ਬਣਦਾ ਹੈ ਤੁਹਾਨੂੰ ਕੰਜ਼ਿਊਮਰਿਜ਼ਮ ਦੇ ਰਾਹ ਪਾਤਾ ਉਹਨੇ, ਕਾਰਪੋਰੇਟ ਨੇ, ਕਿਉਂਕਿ ਉਹਨੇ ਉਹਦੇ 'ਚੋਂ ਖੱਟਣਾ ਹੈ, ਉਹਦਾ ਸਾਰਾ ਪ੍ਰੋਫਿਟ ਦੇ ਨਾਲ ਜੁੜਿਆ ਹੋਇਆ ਕੰਜ਼ਿਊਮਰਿਜ਼ਮ ਨਾਲ, ਤੇ ਤੁਹਾਡੀ ਜੇਬ 'ਚ ਪੈਸਾ ਨਹੀਂ ਟਿਕਣ ਦੇਣਾ ਉਹਨੇ। ਕਿਉਂਕਿ ਪੁਰਾਣਾ ਸਾਡਾ ਜਿਹੜਾ ਸਮਾਜ ਸੀਗਾ ਉਹ ਬੇਸਿਕਲੀ ਬੜਾ ਹੀ ਕਿਰਸ ਕਰਨ ਵਾਲਾ ਸਮਾਜ ਸੀਗਾ ਕਿ ਅਸੀਂ ਜੇ ਅਸੀਂ 10 ਰੁਪਏ ਕਮਾਉਂਦੇ ਸੀਗੇ ਤਾਂ ਅਸੀਂ 6-7 ਖਰਚਦੇ ਸੀਗੇ ਤੇ 3-4 ਬਚਾ ਕੇ ਰੱਖਦੇ ਸੀਗੇ ਕਿਸੇ ਔਖੇ ਵੇਲੇ ਵਾਸਤੇ। ਬਿਲਕੁਲ। ਅੱਜ ਬੈਂਕ ਉਲਟਾ ਕਰ ਰਹੇ, ਬੈਂਕ ਕਹਿੰਦੇ ਸਾਥੋਂ ਲਓ, ਪਹਿਲਾਂ ਐਡਵਾਂਸ ਲਓ, ਫਿਰ ਖਰਚੋ, ਤੇ ਫਿਰ ਸਾਥੋਂ ਫਿਰ ਲੈ ਲਓ। ਤੇ ਉਸ ਚੱਕਰ 'ਚ ਸਾਰਾ ਆਪਣਾ ਟਾਂਕਾ ਵਿੱਚੋਂ ਲਾਉਂਦੇ ਆ, ਜਿਹੜਾ ਉਹ ਸਾਰਾ ਸਿਸਟਮ ਤੁਹਾਨੂੰ ਬੈਂਕਾਂ ਦਾ ਆਪਾਂ ਨੂੰ ਪਤਾ ਕਿ ਕਿਸ ਢੰਗ ਦੇ ਨਾਲ ਲੋਨਸ ਦਿੰਦੇ ਆ, ਕਿਸ ਢੰਗ ਦੇ ਕ੍ਰੈਡਿਟ ਕਾਰਡਸ ਬਣ ਰਹੇ ਆ। ਤਾਂ ਸਾਰਿਆਂ ਤੁਹਾਨੂੰ ਐਸਾ ਉਲਝਾ ਲਿਆ ਉਹਨਾਂ ਨੇ ਕਿ ਤੁਹਾਨੂੰ ਉਹ ਆਪਣੇ ਲਈ ਵਰਤ ਰਹੇ ਆ ਜੀ, ਕਿ ਤੁਹਾਨੂੰ ਉਹਨਾਂ ਨੇ ਤੁਹਾਡੀ ਕਿਰਤ ਦਾ ਇੱਕ ਹਿੱਸਾ ਖੋਣ ਵਾਸਤੇ ਤੁਹਾਨੂੰ ਕਿ ਅਜੀਬ ਕਿਸਮ ਦੇ ਚੱਕਰ 'ਚ ਉਲਝਾ ਲਿਆ ਉਹਨਾਂ ਨੇ। ਤੇ ਉਹ ਜਿਹੜਾ ਕਿਰਤੀ ਹੈ, ਚਾਹੇ ਉਹ ਅਨਟ੍ਰੇਨਡ ਕੰਮ ਹੈ ਤੇ ਚਾਹੇ ਉਹ ਹਾਈਲੀ ਸਕਿਲਡ ਕੰਮ ਹੈ ਜੀ, ਦੋਨੋਂ ਉਹਨਾਂ ਨੇ ਉਲਝਾ ਲਏ ਆਪਣੇ ਢੰਗ ਦੇ ਨਾਲ। ਔਰ ਜਿਹਨੂੰ ਅਸੀਂ ਸਮਝਦੇ ਹਾਂ ਕਿ ਬੜੇ ਕੈਰੀਅਰ ਬੱਚਿਆਂ ਦਾ ਬੜਾ ਬਰਾਈਟ ਹੈ ਤੇ 10-10 ਲੱਖ ਦਾ, 12-12 ਲੱਖ ਦਾ, 15-15 ਲੱਖ ਦਾ, 20-20 ਲੱਖ ਦਾ ਪੈਕੇਜ ਹੈ ਉਹਨਾਂ ਦਾ, ਉਹ ਬੱਚੇ ਵੀ ਜਿਹਨਾਂ ਦੀ ਤੁਸੀਂ ਲਾਈਫ ਸਟਾਈਲ ਦੇਖਦੇ ਹੋ ਤਾਂ ਬਹੁਤ ਹੀ ਮਾੜਾ ਉਹਨਾਂ ਦਾ, ਔਰ ਬਹੁਤ ਹੈਲਥ ਦੇ ਪੱਖੋਂ, ਔਰ ਜਿਹੜੀ ਉਹਨਾਂ ਦੀ ਜਿਹੜੀ ਸੋਸ਼ਲ ਡਿਵੈਲਪਮੈਂਟ ਦੇ ਪੱਖੋਂ ਜਾਂ ਉਹਨਾਂ ਦੀ ਹੈਪੀਨੈਸ ਦੇ ਖੁਸ਼ੀ ਦੇ ਪੱਖੋਂ ਬਹੁਤ ਹੀ ਮਾੜਾ ਉਹ। ਤੁਸੀਂ ਸਾਰੇ ਸੌਫਟਵੇਅਰ ਦੇ ਬੱਚੇ ਦੇਖ ਲਓ, ਕੰਪਿਊਟਰ ਵਾਲੇ, ਸੌਫਟਵੇਅਰ ਵਾਲੇ, ਜਿੰਨੇ ਤੁਹਾਡੇ ਬੱਚੇ ਨੇ ਜਾਂ ਜਿਹੜੇ ਪ੍ਰਾਈਵੇਟ ਅਦਾਰਿਆਂ 'ਚ ਕੰਮ ਕਰਦੇ ਆ ਜੀ, 12-12 ਘੰਟੇ ਕੰਮ ਲੈਂਦੇ ਉੱਤੋਂ। ਬਿਲਕੁਲ। ਸਿਟਿੰਗ ਜੌਬ ਹੈ ਜਾਂ ਸਟੈਂਡਿੰਗ ਜੌਬ ਹੈ, ਔਰ ਜਿੰਨੇ ਮਰਜ਼ੀ ਪੈਸੇ ਕਮਾਈ ਜਾਣ ਉਹ ਉਹਨਾਂ ਕੋਲ ਖਰਚਣ ਲਈ ਉਹੀ ਸੀਮਤ ਹੈ, ਉਹੀ ਉਹਨਾਂ ਨੂੰ ਫਾਸਟ ਫੂਡ ਖਾਣਾ ਪਏਗਾ, ਉਹੀ ਉਹਨਾਂ ਦੇ ਜਿਹੜੇ ਜੋ ਅਵੇਲੇਬਲ ਉਧਰੋਂ ਕੰਟਰੋਲ ਹੈ, ਉਹ ਜੋ ਅਵੇਲੇਬਲ ਹੈ ਮਾਰਕੀਟ ਦੇ ਅੰਦਰ ਉਹੀ ਲੈਣਾ ਪਏਗਾ। ਉਹ ਸਾਰਾ ਹੀ ਸਿਕਨੈਸ ਜਨਰੇਟਿੰਗ ਹੈ। ਸੋ ਅਜੀਬ ਕਿਸਮ ਦਾ ਕਾਰਪੋਰੇਟ ਮਾਡਲ ਨੇ, ਖੇਤੀ ਦਾ ਮਾਡਲ ਹੈ, ਚਾਹੇ ਉਹ ਡਿਵੈਲਪਮੈਂਟ ਦਾ ਮਾਡਲ ਹੈ, ਚਾਹੇ ਸਮਾਜ ਦਾ ਮਾਡਲ ਹੈ, ਇੱਕ ਅਜੀਬ ਕਿਸਮ ਦਾ ਉਲਝਣ 'ਚ ਪਾ ਲਿਆ। ਤੇ ਉਸ ਚੱਕਰ 'ਚ
ਬੰਦਾ ਬੱਚਾ ਤਾਂ ਅਫੋਰਡ ਹੀ ਨਹੀਂ ਕਰ ਸਕਦਾ। ਬਿਲਕੁਲ। ਉਹ ਕਹਿੰਦਾ ਵੀ ਬੱਚਾ ਮੈਂ ਪੈਦਾ ਕਰੂੰਗਾ ਤਾਂ ਮੇਰੇ ਲਈ ਸਮੱਸਿਆਵਾਂ ਨੇ। ਕਿੱਥੇ ਬੱਚਾ ਜਿਹੜਾ ਸੀਗਾ ਉਹ ਇੱਕ ਵਰਦਾਨ ਸਮਝਿਆ ਜਾਂਦਾ ਸੀ। ਬਿਲਕੁਲ। ਕਿ ਬੱਚਾ ਪੈਦਾ ਹੋਣਾ ਘਰ 'ਚ ਵਰਦਾਨ ਹੈ। ਅੱਜ ਜਿਹੜਾ ਹੈ ਬੱਚਾ ਉਹ ਸਮਝਦੇ, ਬੱਚਾ ਪੇਰੈਂਟ ਸਮਝਦੇ ਨੇ ਕਿ ਸਾਡੇ ਉੱਪਰ ਬੋਝ ਪੈ ਗਿਆ ਬਹੁਤ ਜ਼ਿਆਦਾ, ਔਰ ਇਹ ਬੋਝ ਜਿਹੜਾ ਸਾਥੋਂ ਝੱਲਿਆ ਨਹੀਂ ਜਾਣਾ, ਇਸ ਕਰਕੇ ਬੱਚਾ ਜਾਂਦਾ ਪੈਦਾ ਹੀ ਨਹੀਂ ਕਰੋ। ਹੁਣ ਅੱਜ ਤਾਂ ਟ੍ਰੈਂਡ ਇਹ ਆ ਗਿਆ, ਪਹਿਲਾਂ ਤਾਂ ਵਿਆਹ ਹੀ ਨਹੀਂ ਕਰਾਉਂਦੇ, ਵਿਆਹ ਕਰਾ ਲਿਆ ਬੱਚਾ ਨਹੀਂ ਪੈਦਾ ਕਰਦੇ, ਬੱਚਾ ਪੈਦਾ ਕਰ ਲਿਆ ਇੱਕ ਅੱਧਾ ਕਰਕੇ ਕਹਿੰਦੇ ਬਸ ਹੋਰ ਇਸ ਤੋਂ ਬਾਅਦ ਨਹੀਂ, ਇਸ ਤੋਂ ਬਾਅਦ ਹੋਰ ਨਹੀਂ ਅਸੀਂ ਪਾਲ ਸਕਦੇ। ਕਿਉਂਕਿ ਤੁਹਾਨੂੰ ਇੱਕ ਨੋਰਮ ਦੇ ਦਿੱਤਾ, ਬੱਚੇ ਪਾਲਣ ਦਾ ਵੀ ਨੋਰਮ ਦੇ ਦਿੱਤਾ ਜੀ। ਬੱਚੇ ਪਾਲਣ ਦਾ ਕਿਹੜਾ ਨੋਰਮ ਦਿੱਤਾ ਸਾਨੂੰ? ਬੱਚੇ ਜਿਸ ਢੰਗ ਨਾਲ ਅਸੀਂ ਪਾਲ ਰਹੇ ਹਾਂ ਉਹ ਹਾਈਲੀ ਪੈਰਾਸਿਟਿਕ ਟਾਈਪ ਹੈ। ਔਰ ਬੱਚਿਆਂ ਦੀ ਡਿਵੈਲਪਮੈਂਟ ਜਿਹੜੀ ਹੋ ਰਹੀ ਹੈ, ਬੱਚੇ ਵੀ ਅੱਗੇ ਅਜੀਬ ਕਿਸਮ ਦੇ ਇਨਸਾਨ ਬਣ ਰਹੇ ਆ। ਬਿਲਕੁਲ। ਸੋ ਇਹ ਸਾਰੇ ਦਾ ਸਾਰਾ ਕहीं ਨਾ ਕਿਤੇ ਉਹਦਾ ਕਾਰਨ ਕੀ ਹੈ? ਕਿ ਕਾਰਨ ਸਿਰਫ ਇੱਕੋ ਹੀ ਹੈ ਕਿ ਕਾਰਪੋਰੇਟ ਨੇ ਸਿਰਫ ਸਾਰੀ ਓਰੀਐਂਟੇਸ਼ਨ ਜਿਹੜੀ ਹੈ ਉਹ ਪ੍ਰੋਫਿਟ ਦੇ ਆਲੇ ਦੁਆਲੇ ਘੁਮਾਤੀ ਜੀ। ਇਵਨ ਮਤਲਬ ਚਾਈਨਾ ਨੇ 1 ਚਾਈਲਡ ਪਾਲਿਸੀ ਲੈ ਕੇ ਆਏ, ਹਾਰ ਕੇ ਉਹਨਾਂ ਨੂੰ ਆਪਣੀ ਉਹ ਪਾਲਿਸੀ ਬਦਲਣੀ ਪਈ। ਹਾਂ, 2 ਤੇ ਹੁਣ 3 ਤੇ ਲੱਗੇ, ਹੁਣ ਉਹ 3 ਤੇ ਆਉਣ ਲੱਗ ਗਏ ਨੇ। ਉਹ ਕਹਿ ਰਹੇ ਨੇ ਵੀ ਕਿਤੇ ਨਾ ਕਿਤੇ ਵੀ ਹਾਂ 3 ਪੈਦਾ ਕਰੋ ਕਿਉਂਕਿ ਸਾਡੀ ਲੇਬਰ ਘੱਟ ਰਹੀ ਹੈ। ਹਾਂ, ਤੇ ਬੈਲੈਂਸ ਬਿਠਾਉਣਾ ਤੇ ਜ਼ਰੂਰੀ ਸੀ। ਉਹ ਪੂਰੀ ਪ੍ਰੋਸੈਸ ਜਿਹੜੀ ਆ ਉਹ ਸਮਝ ਆਉਂਦੀ ਆ। ਤੁਸੀਂ ਪੰਜਾਬ ਦੇ ਸਮਾਜ 'ਚ ਵੀ ਦੇਖ ਲਓ, ਪੰਜਾਬ ਦੇ ਸਮਾਜ 'ਚ ਵੀ ਸਾਰਾ ਕੁਝ ਦਿਖਣ ਲੱਗ ਗਿਆ। ਬਿਲਕੁਲ। ਕਿ ਪੇਰੈਂਟਸ ਜਿਹੜੇ ਨੇ ਵਿਚਾਰੇ ਇਕੱਲੇ ਬੈਠੇ ਆ, ਇਕੱਲੇ ਬੈਠੇ ਆ, ਉਹਨਾਂ ਦੇ ਬੱਚੇ ਆ, ਬੱਚਾ ਆਪਣੇ ਬਾਹਰ ਜਾ ਰਹੇ ਆ, ਜਾਂ ਮਤਲਬ ਕਿ ਜੇ ਬਾਹਰ ਨਹੀਂ ਜਾ ਰਹੇ ਤਾਂ ਘੱਟੋ ਘੱਟ ਆਪਣੇ ਹੋਮ ਟਾਊਨ ਦੇ ਵਿੱਚ ਕੰਮ ਨਹੀਂ ਕਰ ਰਹੇ। ਬਿਲਕੁਲ। ਤੇ ਇਹ ਇੱਕ ਕ੍ਰਾਈਸਿਸ ਤੇ ਹੈਗਾ। ਜਦੋਂ ਅਸੀਂ ਮਜਬੂਰ ਕੀਤਾ ਜਾ ਰਿਹਾ ਉਹਨਾਂ ਨੂੰ ਕਿ ਤੁਸੀਂ ਆਪਣਾ ਘਰ-ਬਾਰ ਛੱਡੋ ਤੇ ਸਾਡੇ ਫਲਾਣਾ ਥਾਂ ਤੇ ਆ ਕੇ ਕੰਮ ਕਰੋ। ਬਿਲਕੁਲ। ਮਤਲਬ ਉਹ ਇਹ ਨਹੀਂ ਵੀ ਕੋਈ ਯਾਨੀ ਕਿ ਅਸੀਂ ਤੁਹਾਡੇ ਘਰਾਂ ਤੱਕ ਕੰਮ ਨਹੀਂ ਲੈ ਕੇ ਆਵਾਂਗੇ, ਤੁਸੀਂ ਆਪਣੇ ਘਰ ਛੱਡ ਕੇ ਸਾਡੇ ਤੱਕ ਆ ਜਾਓ ਤੇ ਤੁਸੀਂ ਇੱਕ ਤਰ੍ਹਾਂ ਦਾ ਟੁੱਟ ਜਾਓ। ਜਿਹੜਾ ਇਹ ਇੱਕ ਤਰ੍ਹਾਂ ਦਾ ਫਿਜ਼ਨ ਹੋਇਆ ਆ ਤੇ ਇਹ ਬੜੀ ਖਤਰਨਾਕ ਕੰਬੀਨੇਸ਼ਨ ਹੋਇਆ ਹੈ। ਤਾਂ ਪੇਰੈਂਟਸ ਰੋਜ਼ ਮਿਲਦੇ ਆ ਨਾ, ਉਹ ਪੇਰੈਂਟਸ ਦਾ ਮਤਲਬ ਮਾਨਸਿਕਤਾ, ਉਹਦਾ ਸ਼ਕਲ, ਉਹਦਾ ਚਿਹਰਾ ਮੋਹਰਾ, ਉਹਦੀ ਬਾਡੀ ਲੈਂਗੁਏਜ ਦੇਖਣ ਵਾਲੀ ਹੁੰਦੀ ਹੈ। ਇਸੇ ਕਰਕੇ ਜਦੋਂ ਆਪਾਂ ਨੈਸ਼ਨਲ ਫੈਮਿਲੀ ਹੈਲਥ ਸਰਵੇ ਦੀ ਗੱਲ ਕਰਦੇ ਆ ਤੇ ਮਤਲਬ ਉਹਦੇ ਅੰਦਰ ਖੁਸ਼ ਹੋਣ ਵਾਲੀ ਗੱਲ ਨਹੀਂ ਹੈ ਵੀ ਅਸੀਂ ਪਾਪੂਲੇਸ਼ਨ ਕੰਟਰੋਲ ਕਰ ਲਈ। ਉਹਦੇ ਅੰਦਰ ਤਾਂ ਜਿਸ ਤਰ੍ਹਾਂ ਦੀ ਅਲਾਰਮਿੰਗ ਪੋਜੀਸ਼ਨ ਹੈ ਉਹ ਸਾਨੂੰ ਸੋਚਣ ਦੇ ਲਈ ਮਜਬੂਰ ਕਰਦੀ ਹੈ ਕਿ ਉਹ ਕੱਲਾ ਸਿਰਫ ਇੱਕ ਪਾਪੂਲੇਸ਼ਨ ਦੇ ਐਂਗਲ ਤੋਂ ਨਹੀਂ ਹੈ। ਪਾਪੂਲੇਸ਼ਨ ਦਾ ਐਂਗਲ ਸਾਡੇ ਸਾਈਕੋਲੋਜੀਕਲੀ, ਸਾਡੀ ਸੋਸਾਇਟੀ, ਸਾਡੇ ਪੂਰੇ ਆਰਡਰ ਦੇ ਨਾਲ ਲਿੰਕ ਕਰਦਾ ਆ। ਉਹਦੇ ਵਿੱਚ ਜਿਵੇਂ ਇਹ ਵੀ ਇਸ਼ਾਰਾ ਆ ਕਿ ਇਨਫਰਟੀਲਿਟੀ ਕੇਸ ਵੀ ਵਧੇ ਨੇ। ਉਹਦੇ ਅੰਦਰ ਇਹ ਵੀ ਇਸ਼ਾਰਾ ਆ ਕਿ ਸਾਡੀਆਂ ਜਿਹੜੀਆਂ ਬੀਬੀਆਂ ਨੇ ਉਹਨਾਂ ਦੇ ਅੰਦਰ ਐਨੀਮੀਆ ਦੀ ਪ੍ਰੋਬਲਮ ਆ ਤੇ ਆਪਾਂ ਦੇਖ ਰਹੇ ਹਾਂ ਕਿ ਨਾਰਮਲ ਡਿਲੀਵਰੀ ਤੱਕ ਨਹੀਂ ਹੋ ਰਹੀਆਂ, ਸਿਜ਼ੇਰੀਅਨ ਜ਼ਿਆਦਾ ਵੱਧ ਗਏ ਨੇ। ਸੋ ਇਹ ਪੋਜੀਸ਼ਨ ਦੇ ਵਿੱਚ ਕੋਈ ਹੱਲ ਕੀ ਆ? ਮਤਲਬ ਸਰਕਾਰ ਕੁਝ ਸੋਚਦੀ ਆ? ਕਿਉਂਕਿ ਜਦੋਂ ਆਪਾਂ ਦੇਖਦੇ ਹਾਂ ਕਿ ਮੈਂ ਪੜ੍ਹ ਰਿਹਾ ਸੀ ਜਿੱਤਨ ਯੋਗੀ ਹੋਣਾ ਦਾ ਯੂਪੀ ਸਰਕਾਰ ਵਾਲਾ ਆਰਡਰ, ਤੇ ਉਹਨਾਂ ਨੇ ਤਾਂ ਇੱਥੋਂ ਤੱਕ ਪ੍ਰੋਵੀਜ਼ਨ ਲਿਆਂਦੇ ਹੋਏ ਸੀ ਵੀ ਜੇ ਕੋਈ ਕਿਸੇ ਦੇ 2 ਬੱਚੇ ਹੋਣਗੇ ਉਹਨਾਂ ਨੂੰ ਸਰਕਾਰੀ ਨੌਕਰੀ 'ਚ ਲਾਭ ਹੋਏਗਾ, ਉਹਨਾਂ ਨੂੰ ਪ੍ਰਮੋਸ਼ਨ ਮਿਲੇਗੀ, ਉਹਨਾਂ ਨੂੰ ਕੋਈ ਫੰਡ ਮਿਲੇਗਾ। ਜੇ ਕੋਈ 2 ਤੋਂ 3 ਬੱਚੇ ਹੋਣਗੇ ਤਾਂ ਉਹਨੂੰ ਫੰਡ, ਯਾਨੀ ਕਿ ਇਸ ਤਰ੍ਹਾਂ ਦਾ ਜਿਹੜਾ ਕੰਟਰੋਲਡ ਆਪਾਂ ਕਹਿ ਸਕਦੇ ਹਾਂ ਬਲੈਕਮੇਲਿੰਗ ਹੀ ਹੈ, ਇੱਕ ਤਰ੍ਹਾਂ ਦੀ ਸਰਕਾਰੀ ਬਲੈਕਮੇਲਿੰਗ। ਬਿਲਕੁਲ। ਇਹ ਪੂਰੀ ਦੁਨੀਆ 'ਚ ਹੋ ਰਿਹਾ ਗੌਲ ਸਾਹਿਬ। ਇਹ ਜੇ ਪੂਰੀ ਦੁਨੀਆ ਦਾ ਟ੍ਰੈਂਡ ਆਪਾਂ ਦੇਖੀਏ ਤਾਂ ਹੁਣ ਸਾਇੰਟੀਫਿਕ ਪ੍ਰੈਡਿਕਸ਼ਨਸ ਹੋ ਗਈਆਂ ਕਿ 2050 'ਚ ਜਾਂਦੇ ਪਾਪੂਲੇਸ਼ਨ ਸਟੇਬਲਾਈਜ਼ ਹੋ ਜਾਣੀ ਦੁਨੀਆ ਦੀ ਪੂਰੀ ਜੀ, ਕਿ ਉਸ ਤੋਂ ਬਾਅਦ ਗਰੋਥ ਬੰਦ ਹੋ ਜਾਣੀ ਹੈ ਔਰ ਉਸ ਤੋਂ ਬਾਅਦ ਡਿਕਲਾਈਨ ਸ਼ੁਰੂ ਹੋ ਜਾਣਾ। ਬਿਲਕੁਲ। ਜੇ ਇਹੀ ਟ੍ਰੈਂਡ ਰਿਹਾ ਤਾਂ ਡਿਕਲਾਈਨ ਸ਼ੁਰੂ ਹੋ ਜਾਣਾ, ਜਿਹੜਾ ਕਿ ਮਨੁੱਖਤਾ ਲਈ ਬਹੁਤ ਹੀ ਘਾਤਕ ਹੋਏਗਾ। ਬਿਲਕੁਲ। ਕਿਉਂਕਿ ਉਹ ਸਮਾਜ ਜਿਹੜੇ ਨੇ ਉਹ ਬਖਰਾਓ 'ਚ ਆ ਜਾਂਦੇ, ਫਿਰ ਬਖਰਾਓ 'ਚ ਆ ਜਾਂਦੇ ਆ। ਕਿਉਂਕਿ ਸਮਾਜ ਦੇਖੋ ਜਿਹੜਾ ਬੱਚਾ ਕਿਤੇ ਹੋਰ ਫਿਰ ਰਿਹਾ, ਪਰ ਪੇਰੈਂਟ ਕਿਤੇ ਹੋਰ ਫਿਰ ਰਹੇ ਆ, ਫੈਮਿਲੀ ਤਾਂ ਮਤਲਬ ਕਨਸੈਪਟ ਹੀ ਖਤਮ ਹੋ ਗਿਆ। ਹਾਂ, ਪਰਿਵਾਰ ਦਾ ਕਨਸੈਪਟ ਹੀ ਖਤਮ ਹੋ ਗਿਆ ਜੀ। ਉਹ ਕਿਤੇ ਹੋਰ ਨੇ, ਉਹ ਕਿਤੇ ਹੋਰ ਹੋ, ਤੁਸੀਂ ਬਸ ਉਹ ਮਾਰੇ ਬਸ ਉਹ ਸਾਰਾ ਦਿਨ ਫਿਰੀ ਜਾਂਦੇ, ਭੱਜੀ ਜਾਂਦੇ ਹੋ, ਤੁਸੀਂ ਭੱਜੀ ਜਾਂਦੇ ਹੋ ਜੀ। ਬਹੁਤ ਸਾਰੇ ਪੇਰੈਂਟਸ ਮੈਂ ਦੇਖੇ ਆ ਜਿਹੜੇ ਕਿ ਰਿਟਾਇਰਮੈਂਟ ਤੋਂ ਬਾਅਦ ਵੀ ਉਹਨੂੰ ਕੰਮ ਕਰਨਾ ਪੈ ਰਿਹਾ। ਬਿਲਕੁਲ, ਕੰਮ ਕਰਨਾ ਪੈ ਰਿਹਾ। ਔਰ ਹੁਣ ਇੱਥੋਂ ਤੱਕ ਆ ਗਿਆ ਕਿ ਜਿਹੜੇ ਬੱਚੇ ਨੇ ਜਿਹੜੇ ਆ ਕਰੋਨਾ ਤੋਂ ਬਾਅਦ ਤੇ ਨਵਾਂ ਫਿਨੋਮੀਨਾ ਆ ਗਿਆ ਕਿ ਸਕੂਲ ਛੱਡ ਕੇ ਬੱਚਿਆਂ ਨੂੰ ਲੇਬਰ ਕਰਨੀ ਪੈ ਰਹੀ ਹੈ। ਹਾਂਜੀ। ਤਾਂ ਇਹ ਸਾਰਾ ਦਾ ਵਰਤਾਰਾ ਕਿਤੇ ਨਾ ਕਿਤੇ ਜਿਹੜਾ ਹੈ ਉਹ ਮੈਂ ਸਮਝਦਾ ਕਿ ਡਿਵੈਲਪਮੈਂਟ ਦੇ ਮਾਡਲ ਨਾਲ ਜੁੜਿਆ ਹੋਇਆ ਹੈ। ਔਰ ਪੂਰੀ ਦੁਨੀਆ ਦੇ ਵਿੱਚ ਡਿਵੈਲਪਮੈਂਟ ਦਾ ਮਾਡਲ ਜਿਹੜਾ ਉਹ ਚਾਈਨਾ ਤੇ ਥੋੜ੍ਹੀ ਜਿਹੀ ਐਕਸੈਪਸ਼ਨ ਹੈਗੀ ਆ, ਕਿਉਂਕਿ ਚਾਈਨਾ ਦੇ ਵਿੱਚ ਕੰਟਰੋਲਡ ਸੀਗਾ। ਉਹਨਾਂ ਨੇ ਗਵਰਨਮੈਂਟ ਦੇ ਲੈਵਲ ਤੇ ਕਿਤੇ ਨਾ ਕਿਤੇ ਇਹ ਮਿਸਕੈਲਕੂਲੇਸ਼ਨ ਕੀਤੀ ਜਾਂ ਗਲਤ ਫੈਸਲਾ ਕੀਤਾ, ਜਿਹਨੂੰ ਉਹਨਾਂ ਨੇ ਬਾਅਦ ਰਿਵਰਟ ਕਰ ਲਿਆ। ਉਹ ਕਰ ਵੀ ਲੈਣਗੇ, ਉਹ ਕਰ ਵੀ ਲੈਣਗੇ। ਕਾਫੀ ਹੱਦ ਤੱਕ ਉਹਨਾਂ ਦੇ ਉਹ ਸਮਾਜ ਦੇ ਅੰਦਰ ਇਦਾਂ ਦੀ ਹੈਗੀ ਆ ਕਿ ਜੇ ਉਹ ਮੋਟੀਵੇਟ ਕਰਨ ਤੇ ਆ ਗਏ ਕਪਲ ਦੇ, ਤਾਂ ਕਾਫੀ ਕਪਲ ਜਿਹੜੇ ਨੇ ਉਹਨੂੰ ਕੋਆਪਰੇਟ ਕਰਨਗੇ। ਹਾਲਾਂਕਿ ਉੱਥੇ ਰੈਜ਼ਿਸਟੈਂਸ ਆ ਰਹੀ ਹੈ ਉਹਨਾਂ ਨੂੰ। ਹੁਣ ਕਪਲ ਕਹਿ ਰਹੇ ਕਿ ਅਸੀਂ ਨਹੀਂ ਕਰਦੇ। ਬਿਲਕੁਲ, ਅਸੀਂ ਨਹੀਂ ਕਰਦੇ। ਬਿਲਕੁਲ। ਇਸ ਕਰਕੇ ਮਨੁੱਖਤਾ ਨੂੰ ਇਸ ਮਾਮਲੇ ਸੁੱਟਣ ਦੀ ਲੋੜ ਆ। ਇੱਥੇ ਜਿਹੜਾ ਤੁਸੀਂ ਧਾਰਮਿਕ ਲੀਡਰਾਂ ਦੀ ਗੱਲ ਕੀਤੀ ਸੀ, ਮੈਂ ਸਮਝਦਾ ਕਿ ਬੱਚੇ ਪੈਦਾ ਕਰਨਾ ਇੱਕ ਤੁਹਾਡੀ ਮੋਰਲ ਤੇ ਰਿਲੀਜੀਅਸ ਡਿਊਟੀ ਬਣ ਜਾਣੀ ਹੌਲੀ ਹੌਲੀ, ਕਿ ਮੋਰਲੀ ਯੂ ਆਰ ਬਾਉਂਡ ਟੂ ਪ੍ਰੋਡਿਊਸ ਐਟ ਲੀਸਟ 2 ਚਿਲਡਰਨ। ਕਿਉਂਕਿ ਤੁਹਾਡੇ ਉੱਪਰ ਇੱਕ ਕੁਦਰਤ ਦਾ, ਪ੍ਰਮਾਤਮਾ ਦਾ, ਜਾਂ ਜੋ ਵੀ ਅਸੀਂ ਉਹਨੂੰ ਨਾਂ ਦੇ ਲਈਏ, ਉਹਦਾ ਇੱਕ ਜ਼ਿੰਮੇਵਾਰੀ ਹੈ ਕਿ ਜੇ ਤੁਸੀਂ 2 ਜਣੇ ਇਕੱਠੇ ਹੋਏ ਹੋ ਤਾਂ ਘੱਟੋ ਘੱਟ 2 ਬੱਚੇ ਜ਼ਰੂਰ ਪੈਦਾ ਕਰੋ, ਤਾਂ ਕਿ
ਮਨੁੱਖਤਾ ਜਿਹੜੀ ਹੈ ਉਹ ਚੱਲਦੀ ਰਹੇ, ਉਹਦਾ ਸਾਈਕਲ ਜਿਹੜਾ ਜੀਵਨ ਦਾ ਸਾਈਕਲ ਹੈ, ਜ਼ਿੰਦਗੀ ਦਾ ਸਾਈਕਲ ਹੈ, ਉਹ ਬ੍ਰੇਕ ਨਾ ਹੋਵੇ। ਉਹ ਇਦਾਂ ਤਾਂ ਫਿਰ ਬ੍ਰੇਕ ਹੋ ਜਾਏਗਾ। ਇੱਕ ਪਾਸੇ ਤਾਂ ਤੁਸੀਂ ਇਦਾਂ ਦਾ ਲਾਈਫ ਸਟਾਈਲ ਬਣਾਤਾ ਜੀ ਬੱਚੇ ਪੈਦਾ ਨਹੀਂ ਕਰਨੇ, ਦੂਜੇ ਪਾਸੇ ਹੈਲਥ ਇੰਨੀ ਡੈਮੇਜ ਹੋ ਰਹੀ ਹੈ ਕਿ ਤੁਹਾਡਾ ਰਿਪਰੋਡਕਟਿਵ ਸਿਸਟਮ ਖੁਦ ਹੀ ਅੰਡਰ ਥ੍ਰੈਟ ਆ ਰਿਹਾ ਹੈ। ਬੱਚੇ ਜੇ ਪੈਦਾ ਕਰਨਾ ਚਾਹੁੰਦਾ ਵੀ ਹੈ ਕੋਈ, ਤਾਂ ਬਹੁਤ ਸਾਰੇ ਲੋਕਾਂ ਦੇ ਬੱਚਾ ਪੈਦਾ ਹੀ ਨਹੀਂ ਹੋ ਰਿਹਾ। ਜੇ ਪੈਦਾ ਹੋ ਰਿਹਾ ਤਾਂ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਅਪੰਗ ਹੈ ਜਾਂ ਕੋਈ ਨਾ ਕੋਈ ਉਹਦੇ 'ਚ ਅਬਨੋਰਮੈਲਿਟੀ ਆ। ਇਹ ਵਰਤਾਰਾ ਵੀ ਪੰਜਾਬ 'ਚ ਤਾਂ ਬਹੁਤ ਜ਼ਿਆਦਾ ਦਿਖ ਰਿਹਾ। ਸਾਡੇ ਲੜਕੀਆਂ ਦੇ ਅੰਦਰ ਬਹੁਤ ਜ਼ਿਆਦਾ ਹੈ ਕਿ ਉਹਨਾਂ ਦਾ ਜਿਹੜੇ ਮੈਂ ਪੋਲੀਸਿਸਟਿਕ ਓਵੇਰੀਅਨ ਡਿਜ਼ੀਜ਼ ਹੈ, ਹਾਰਮੋਨਲ ਡਿਸਟਰਬੈਂਸ ਨੇ, ਕੁੜੀਆਂ ਦੇ ਵਿਚਾਰੀਆਂ ਉਹਦੇ ਵਾਲ ਆਈ ਜਾ ਰਹੇ ਆ ਚਿਹਰੇ ਤੇ ਵਾਲ ਆਈ ਜਾ ਰਹੇ ਆ, ਬਾਹਾਂ ਲੱਤਾਂ ਦੇ ਵਾਲ ਆਈ ਜਾ ਰਹੇ ਆ, ਜਿੱਥੇ ਵਾਲ ਹੋਣੇ ਚਾਹੀਦੇ ਉੱਥੋਂ ਵਾਲ ਉੜੀ ਜਾ ਰਹੇ ਆ। ਇੱਕ ਅਜੀਬ ਕਿਸਮ ਦਾ ਔਰ ਮੇਲ ਦੇ ਅੰਦਰ ਜਿਹੜਾ ਸਪਰਮ ਕਾਊਂਟ ਬਹੁਤ ਗ੍ਰੋਸਲੀ ਘਟ ਰਿਹਾ, ਰੈਕਟਾਈਲ ਡਿਸਫੰਕਸ਼ਨ ਬਹੁਤ ਜ਼ਿਆਦਾ ਹੋ ਰਿਹਾ, ਔਰ ਅਬਾਰਸ਼ਨਸ ਬਹੁਤ ਜ਼ਿਆਦਾ ਵੱਧ ਰਹੀਆਂ ਨੇ। ਇਹ ਸਾਰਾ ਫਿਨੋਮੀਨਾ ਉਹ ਨਵੀਂ ਕਿਸਮ ਦਾ ਥ੍ਰੈਟ ਹੈ ਸਾਡੇ ਸਮਾਜ ਲਈ। ਇਹਦੇ ਲਈ ਬਹੁਤ ਹੀ ਗੰਭੀਰ ਰੂਪ 'ਚ ਅਸੀਂ ਬਹੁਤ ਖੇਤੀ ਵਿਰਾਸਤ ਮਿਸ਼ਨ ਦੇ ਪਲੇਟਫਾਰਮ ਤੋਂ ਅਸੀਂ ਬੜੇ ਸਾਲਾਂ ਦਾ ਮੰਗ ਰਹੇ ਹਾਂ ਕਿ ਹੈਲਥ ਤੇ ਇਕੋਲੋਜੀਕਲ ਡਿਸਾਸਟਰ ਪੰਜਾਬ ਦੇ ਅੰਦਰ ਹੋ ਰਿਹਾ। ਬਿਲਕੁਲ, ਇਟਸ ਇਕੋਲੋਜੀਕਲ ਕਮ ਹੈਲਥ ਡਿਸਾਸਟਰ ਕਿ ਅਸੀਂ ਇੱਕ ਇਹੋ ਜਿਹੇ ਥਾਂ ਤੇ ਬੈਠੇ ਹਾਂ ਜਿੱਥੇ ਕਿ ਅਸੀਂ ਬਹੁਤ ਹੀ ਗੰਭੀਰ ਸਥਿਤੀ 'ਚ ਹਾਂ। ਇੱਕ ਐਮਰਜੈਂਸੀ ਕਮਿਸ਼ਨ ਬਣਨਾ ਚਾਹੀਦਾ, ਇਹਦੇ ਉੱਪਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ, ਔਰ ਉਹਦੇ ਕਾਜ਼ਸ ਜਿਹੜੇ ਨੇ ਉਹ ਪਿਨ ਪੁਆਇੰਟ ਹੋਣੇ ਚਾਹੀਦੇ ਆ, ਔਰ ਫਿਰ ਉਹਦੇ ਰੈਮੀਡੀਅਲ ਮੈਜਰਸ ਲੈਣੇ ਚਾਹੀਦੇ ਆ। ਬਿਲਕੁਲ, ਉਹ ਮੈਂ ਸਮਝਦਾ ਕਿ ਪੰਜਾਬ 'ਚ ਹੀ ਨਹੀਂ ਇਕੱਲਾ, ਪੰਜਾਬ ਇੱਕ ਜਸਟ ਲੀਡਿੰਗ ਐਗਜ਼ਾਮਪਲ ਹੈ, ਕਿਉਂਕਿ ਜੋ ਇਹ ਵਰਤਾਰਾ ਹੋਇਆ ਹੈ ਕਾਰਪੋਰੇਟ ਦਾ, ਇਹ ਪੰਜਾਬ ਉਹਦੀ ਅੱਤ ਹੈ ਜੀ। ਪੰਜਾਬ 'ਚ ਅੱਤ ਕੀਤੀ ਅਸੀਂ ਪਾਣੀ ਨਾਲ ਵੀ ਅੱਤ ਕੀਤੀ, ਅਸੀਂ ਧਰਤੀ ਨਾਲ ਵੀ ਅੱਤ ਕੀਤੀ, ਅਸੀਂ ਮਨੁੱਖੀ ਸਿਹਤ ਨਾਲ ਵੀ ਅੱਤ ਕੀਤੀ ਹੈ, ਸਾਰੇ ਚੀਜ਼ 'ਚ ਮਤਲਬ ਅਸੀਂ ਅੱਤ ਕੀਤੀ ਹੈ। ਉਹ ਅੱਤ ਜਿਹੜੀ ਹੈ ਕਿਤੇ ਨਾ ਕਿਤੇ ਉਸ ਡਿਵੈਲਪਮੈਂਟ ਮਾਡਲ 'ਚ ਹੁਣ ਬਾਕੀ ਵੀ ਆ ਰਿਹਾ, ਹਰਿਆਣਾ ਵੀ ਆ ਰਿਹਾ ਹੈ, ਵੈਸਟਰਨ ਯੂਪੀ ਵੀ ਆ ਰਹੀ ਹੈ, ਰਾਜਸਥਾਨ ਵੀ ਆ ਰਿਹਾ, ਬਾਕੀ ਸਾਊਥ ਦੀਆਂ ਸਟੇਟਾਂ ਵੀ ਆ ਰਹੀਆਂ ਨੇ, ਤਾਂ ਉਸੇ ਉਹ ਹੌਲੀ ਹੌਲੀ ਪਿੱਛੇ ਉਹ ਫੋਲੋ ਕਰ ਰਹੇ ਆ। ਤਾਂ ਇਹ ਜਿਹੜਾ ਮਾਡਲ ਹੈ ਕਿਤੇ ਬਹੁਤ ਹੀ ਖਤਰਨਾਕ ਮਾਡਲ ਹੈ, ਜਿਹਨੂੰ ਮੈਂ ਸਮਝਦਾ ਕਿ ਸਮਝਣਾ ਚਾਹੀਦਾ, ਔਰ ਉਸ ਮਾਡਲ ਤੋਂ ਨੂੰ ਇੱਕ ਆਰਗੇਨਾਈਜ਼ ਹੋ ਕੇ, ਇੱਕ ਜਥੇਬੰਦ ਔਰ ਚੇਤਨ ਹੋ ਕੇ ਉਸ ਮਾਡਲ ਤੋਂ ਤੌਬਾ ਕਰਨੀ ਚਾਹੀਦੀ ਹੈ। ਨਵੀਂ ਕਿਸਮ ਦਾ ਖੇਤੀ ਦਾ ਔਰ ਡਿਵੈਲਪਮੈਂਟ ਦਾ ਮਾਡਲ ਚਾਹੀਦਾ, ਜਿਹਦੇ 'ਚ ਕਿ ਬੱਚਾ ਪੈਦਾ ਕਰਨਾ ਤੁਹਾਡੀ ਜਿਹਨੂੰ ਕਹਿੰਦੇ ਆ ਹਿਊਮਨ ਤੇ ਰਿਲੀਜੀਅਸ ਡਿਊਟੀ ਹੋਵੇ ਜੀ, ਤੇ ਬੰਦਾ ਉਹਨੂੰ ਸਮਝਦੇ ਆਪਣੀ ਅੰਦਰੋਂ ਮਹਿਸੂਸ ਕਰੇ ਕਿ ਇਹ ਮੇਰੀ ਮੋਰਲ ਡਿਊਟੀ ਹੈ ਕਿ ਮੈਂ ਬੱਚਾ ਪੈਦਾ ਕਰਾਂ, ਉਹਨੂੰ ਪਾਲਾਂ ਤੇ ਉਹਨੂੰ ਸਮਾਜ ਨੂੰ ਦੇਵਾਂ, ਕਿਉਂਕਿ ਬੱਚੇ ਸਮਾਜ ਦੇ ਹੁੰਦੇ ਆ ਜੀ। ਬੱਚੇ ਪੇਰੈਂਟਸ ਸਿਰਫ ਦਾ ਜ਼ਰੀਆ ਨੇ। ਬਿਲਕੁਲ, ਬੱਚੇ ਪੇਰੈਂਟਸ ਦੇ ਰਾਹੀਂ ਆ ਰਹੇ ਆ, ਉਹਨਾਂ ਦੀ ਜ਼ਿੰਮੇਵਾਰੀ ਉਹਨਾਂ ਨੂੰ ਪਾਲਣਾ, ਲੇਕਿਨ ਅਲਟੀਮੇਟਲੀ ਉਹ ਮਨੁੱਖਤਾ ਦੀ ਤੇ ਸਮਾਜ ਦੀ ਸਾਂਝੀ ਪ੍ਰਾਪਰਟੀ ਹੁੰਦੇ ਆ ਬੱਚੇ, ਕਿਉਂਕਿ ਉਹਦੇ ਸਿਰ ਤੇ ਸਮਾਜ ਔਰ ਜੀਵਨ ਚੱਲਣਾ। ਬਿਲਕੁਲ, ਇਸ ਕਰਕੇ ਮੈਂ ਸਮਝਦਾ ਕਿ ਰਿਲੀਜੀਅਸ ਔਰ ਮੋਰਲ ਡਿਊਟੀ ਅਲਟੀਮੇਟਲੀ ਸਾਨੂੰ ਮਤਲਬ ਹੌਲੀ ਹੌਲੀ ਫਿਰ ਧਾਰਮਿਕ ਜਿਹੜੇ ਸਾਡੇ ਗੁਰੂ ਨੇ ਉਹਨਾਂ ਦੀ ਹੈਲਪ ਲੈਣੀ ਪੈਣੀ ਹੈ। ਨਹੀਂ, ਇਹ ਤਾਂ ਬਿਲਕੁਲ ਸਧਾਰਨ ਗੱਲ ਸਮਝਣ ਵਾਲੀ ਹੈ ਵੀ ਜੋ ਇਸ ਸਮਾਜ ਦੇ ਅੰਦਰ ਹੈ, ਚਾਹੇ ਉਹ ਕੋਈ ਆਸਤਕ ਹੈ, ਨਾਸਤਕ ਹੈ, ਜੋ ਵੀ ਪ੍ਰੈਕਟਿਸ ਨੇ ਸੋਚਣਾ ਤੇ ਇੱਕ ਹਿਊਮਨ ਕਾਈਂਡ ਦੇ ਨਜ਼ਰੀਏ ਤੋਂ ਹੈ ਨਾ। ਮਤਲਬ ਕਿ ਕੋਈ ਆਸਤਕ ਹੈ, ਸਾਨੂੰ ਉਸ ਦੇ ਨਾਲ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ, ਕੋਈ ਨਾਸਤਕ ਹੈ, ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ, ਕੋਈ ਵੀ ਆਈਡੀਓਲੋਜੀ ਹੈ, ਚਾਹੇ ਉਹ ਮਤਲਬ ਕਿ ਚਾਹੇ ਉਹ ਕੋਈ ਕਮਿਊਨਿਸਟ ਵਿਚਾਰਧਾਰਾ ਹੈ, ਚਾਹੇ ਜੋ ਵੀ ਹੈ, ਮਤਲਬ ਕਿ ਜੋ ਵੀ ਹੈ, ਘੱਟੋ ਘੱਟ ਉਹਨੇ ਇੱਕ ਸਿਵਲਾਈਜੇਸ਼ਨ ਦੇ ਨਜ਼ਰੀਏ ਤੋਂ ਗੱਲ ਕਰਨੀ ਹੈ। ਪਰ ਸਿਵਲਾਈਜੇਸ਼ਨ 'ਚ ਇਹ ਹੈ ਵੀ ਨੈਨੋ ਟੈਕਨੋਲੋਜੀ ਲਿਆਉਣ ਦੇ ਚੱਕਰ ਦੇ ਅੰਦਰ ਪੂਰੀ ਨੈਨੋ ਸਿਵਲਾਈਜੇਸ਼ਨ ਖੜੀ ਕਰ ਦੇਣ ਲੱਗੇ ਅਸੀਂ। ਮਤਲਬ ਕਿ ਸਾਡਾ ਸੜਕਾਂ ਦੇ ਉੱਤੇ 2 ਮਿੰਟ ਦੇ ਅੰਦਰ ਫੂਡ ਕੁਇਕ ਤਿਆਰ ਹੋਣ ਵਾਲਾ ਸਿਸਟਮ ਹੈਗਾ ਆ, ਤੇ ਉਸੇ ਤਰ੍ਹਾਂ ਦੀਆਂ ਸਾਡੀਆਂ ਪਾਲਿਸੀਜ਼ ਨੇ, ਤੇ ਇਹ ਤਾਂ ਬੜੀ ਖਤਰਨਾਕ ਸ਼ੈ ਹੈਗੀ ਆ। ਕੱਲੀ ਮਨੁੱਖਤਾ ਦੀ ਗੱਲ ਨਹੀਂ, ਕੱਲੀ ਸਮਾਜ ਦੀ ਗੱਲ ਨਹੀਂ, ਨੇਚਰ ਦੀ ਵੀ ਗੱਲ ਹੈ ਨਾਲ। ਬਿਲਕੁਲ, ਕਿ ਨਾਸਤਕ ਵੀ ਹੈ, ਨੇਚਰ ਨੂੰ ਤਾਂ ਮੰਨਦਾ ਉਹ ਕਿ ਨੇਚਰ ਜਿਹੜੀ ਹੈ ਉਹਦਾ ਬੈਲੈਂਸ ਨਹੀਂ ਵਿਗੜਨਾ ਚਾਹੀਦਾ, ਇਕੋਲੋਜੀ ਦਾ ਬੈਲੈਂਸ ਨਹੀਂ ਵਿਗੜਨਾ ਚਾਹੀਦਾ। ਜਿਹੜਾ ਨਾਸਤਕ ਵੀ ਹੈ, ਜੇ ਕੋਈ ਸੁਲਝਿਆ ਹੋਇਆ ਨਾਸਤਕ ਹੈਗਾ ਹੈ, ਤਾਂ ਉਹ ਐਟਲੀਸਟ ਚਲੋ ਪਰਮਾਤਮਾ ਦੇ ਲੈਵਲ ਤੇ ਨਹੀਂ ਪਹੁੰਚੇਗਾ, ਲੇਕਿਨ ਇਕੋਲੋਜੀ ਤੇ ਨੇਚਰ ਦੇ ਲੈਵਲ ਤੱਕ ਤਾਂ ਹੈਗਾ ਨਾ, ਕਿ ਕੁਦਰਤ ਇੱਕ ਚੀਜ਼ ਹੈਗੀ ਹੈ, ਉਸ ਕੁਦਰਤ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ, ਔਰ ਉਸ ਕੁਦਰਤ ਨੂੰ ਬਚਾਉਣ ਲਈ ਮਨੁੱਖਤਾ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ, ਕਿਉਂਕਿ ਕੁਦਰਤ ਦਾ ਰਾਖਾ ਜਿਹੜਾ ਹੈ, ਇਹਨਾਂ ਨੇ ਤਾਂ ਕਹਿਤਾ ਵੀ ਪਾਪੂਲੇਸ਼ਨ ਕੁਦਰਤ ਦੀ ਡਿਸਟਰੋਇਰ ਹੈ, ਕਿ ਪਾਪੂਲੇਸ਼ਨ ਕਰਕੇ ਕੁਦਰਤ ਡਿਸਟਰੋਏ ਹੋ ਰਹੀ ਹੈ। ਬਿਲਕੁਲ ਹੀ ਮਤਲਬ ਜਿਹਨੂੰ ਕਹਿੰਦੇ ਵੈਗਾਬੌਂਡ ਕਿਸਮ ਦੀ ਸੋਚ ਹੈ। ਮਨੁੱਖਤਾ ਅਗਰ ਡਿਸਟਰੋਇਰ ਬਣੀ ਹੈ ਤਾਂ ਬਿਕਾਜ਼ ਆਫ ਯੂਰ ਰੋਂਗ ਮਾਡਲ ਬਣੀ ਹੈ, ਗਲਤ ਮਾਡਲ ਕਰਕੇ ਅਗਰ ਉਹ ਡਿਸਟਰਕਸ਼ਨ ਹੋ ਰਹੀ ਤਾਂ ਹੋ ਰਹੀ ਹੈ। ਅਸੀਂ ਉਹ ਇੰਦਰਾ ਗਾਂਧੀ ਵਾਲੇ ਸਿੰਡਰੋਮ ਚ, ਨਸਬੰਦੀ ਵਾਲੇ ਉਸ ਐਰਾ ਤੋਂ ਬਾਹਰ ਹੀ ਨਹੀਂ ਨਿਕਲੇ। ਹਾਂ, ਨਹੀਂ, ਉਸੇ ਦੀ ਕੰਟੀਨਿਊਟੀ ਹੁਣ ਤੱਕ ਸਾਡੇ ਉਹ ਟਰਾਮਾ ਚੱਲਦਾ ਆ ਰਿਹਾ ਹੈ, ਤੇ ਇਸੇ ਦੀ ਇਹ ਦਿੱਕਤ ਹੈ। ਪਿਆਰੇ ਦਰਸ਼ਕੋ, ਇਸ ਨੂੰ ਇਸ ਕਰਕੇ ਸਮਝਣ ਦੀ ਲੋੜ ਹੈ, ਜਦੋਂ ਅਸੀਂ ਨੈਸ਼ਨਲ ਫੈਮਿਲੀ ਹੈਲਥ ਮਿਸ਼ਨ ਦੇ ਉਹ ਸਰਵੇ ਦੇ ਬਹਾਨੇ ਗੱਲ ਕਰ ਰਹੇ ਹਾਂ, ਤੇ ਸਮਝਣ ਦੀ ਲੋੜ ਹੈ ਕਿ ਇੱਕ ਪੂਰੀ ਦੀ ਪੂਰੀ ਸਿਵਲਾਈਜੇਸ਼ਨ ਦੇ ਲਈ ਕੀ ਚੈਲੰਜ ਨੇ, ਅਤੇ ਉਹਨਾਂ ਸਾਰੀ ਚੁਣੌਤੀਆਂ ਦੇ ਵਿੱਚ ਅਸੀਂ ਕਿਹੜੀਆਂ ਚੀਜ਼ਾਂ ਫੇਸ ਕਰ ਰਹੇ ਹਾਂ। ਜਦੋਂ ਅਸੀਂ ਕਹਿੰਦੇ ਹਾਂ ਕਿ ਮਾਂ ਪਿਓ ਆਪਣੇ ਆਪ ਦੇ ਵਿੱਚ ਬੱਚਿਆਂ ਨੂੰ ਪੈਦਾ ਕਰਨ ਤੋਂ ਭੱਜ ਰਹੇ ਨੇ,
ਤੇ ਕਿਤੇ ਨਾ ਕਿਤੇ ਸਾਨੂੰ ਪਾਲਿਸੀਆਂ ਬਦਲਣੀਆਂ ਪੈਣਗੀਆਂ। ਸਰਕਾਰ ਨੂੰ ਇੱਕ ਗਾਰੰਟੀ ਦੇਣੀ ਪਏਗੀ। ਜਦੋਂ ਅਸੀਂ ਕਹਿੰਦੇ ਆ ਕਿ ਐਜੂਕੇਸ਼ਨ ਮਹਿੰਗੀ ਹੋ ਗਈ, ਉਹ ਇਹੋ ਹੀ ਚੀਜ਼ ਹੈ। ਐਜੂਕੇਸ਼ਨ ਸਸਤੀ ਹੋਏਗੀ, ਹੈਲਥ ਸਿਸਟਮ ਦੇ ਵਿੱਚ ਸਾਡੇ ਉਸ ਤਰ੍ਹਾਂ ਦੀਆਂ ਸਾਡੇ ਮੁਤਾਬਕ ਅਨੁਕੂਲ ਪ੍ਰਸਥਿਤੀਆਂ ਹੋਣਗੀਆਂ, ਤੇ ਕੋਈ ਕਿਉਂ ਇਸ ਦੁਨੀਆ ਤੇ ਰਹਿਣ ਤੋਂ ਡਰੇਗਾ। ਜਾਂਦੇ ਜਾਂਦੇ ਇੱਕ ਉਦਾਹਰਨ ਬਹੁਤ ਤੁਹਾਨੂੰ ਦੇਣੀ ਜ਼ਰੂਰੀ ਸਮਝਦਾ ਹਾਂ ਕਿ ਕੇਰਲਾ ਦੇ ਅੰਦਰ ਇੱਕ ਪਿੰਡ ਹੈ ਜਿਹਨੂੰ ਬਰਥ ਵਿਲੇਜ ਕਹਿੰਦੇ ਨੇ। ਬਰਥ ਵਿਲੇਜ ਦਾ ਕਨਸੈਪਟ ਬਹੁਤ ਸ਼ਾਨਦਾਰ ਹੈ। ਇਸ ਨੂੰ ਸਮਝੋ, ਸ਼ਾਇਦ ਭੱਜ ਦੌੜ ਦੀ ਜ਼ਿੰਦਗੀ ਦੇ ਅੰਦਰ ਅਸੀਂ ਉਸ ਕਨਸੈਪਟ ਨੂੰ ਭੁੱਲ ਗਏ ਹਾਂ। ਬਰਥ ਵਿਲੇਜ ਦਾ ਇਹ ਕਹਿਣਾ ਹੈ ਕਿ ਜ਼ਿੰਦਗੀ ਹੀ ਇਸ ਧਰਤੀ ਨੂੰ ਸੋਹਣਾ ਬਣਾਉਂਦੀ ਹੈ, ਕਿਉਂਕਿ ਇੱਥੇ ਜ਼ਿੰਦਗੀ ਹੈ, ਤੇ ਜ਼ਿੰਦਗੀ 9 ਮਹੀਨੇ ਦੇ ਅੰਦਰ ਇੱਕ ਮਾਂ ਦੇ ਗਰਭ ਦੇ ਅੰਦਰ ਪਲਦੀ ਹੈ। ਉਹਦੀ ਇੱਕ ਲੰਮੀ ਪ੍ਰੋਸੈਸ ਹੈ। 9 ਮਹੀਨੇ ਦੀ ਉਸ ਪ੍ਰੋਸੈਸ ਤੋਂ ਬਾਅਦ ਫਿਰ ਜ਼ਿੰਦਗੀ ਸਾਡੇ ਕੋਲ ਆਉਂਦੀ। ਕੀ ਅਸੀਂ ਉਹਨੂੰ ਉਸ ਤਰ੍ਹਾਂ ਡੀਪਲੀ, ਉਸ ਤਰ੍ਹਾਂ ਬਾਰੀਕੀ ਦੇ ਨਾਲ ਮਹਿਸੂਸ ਕਰਦੇ ਹਾਂ? ਇਸ ਕਰਕੇ ਉਹ ਕਹਿੰਦੇ ਆ ਕਿ ਤੁਸੀਂ ਸਾਡੇ ਕੋਲ ਆਓ। ਉੱਥੇ ਕੋਈ ਵੀ ਪ੍ਰੈਗਨੈਂਟ ਬੀਬੀ ਜਾਂਦੀ ਹੈ 8ਵੇਂ ਮਹੀਨੇ ਦੇ ਵਿੱਚ, ਉਹ 2 ਮਹੀਨੇ ਉੱਥੇ ਰਹਿੰਦੇ ਨੇ। ਹਾਲਾਂਕਿ ਭੱਜ ਦੌੜ ਦੀ ਜ਼ਿੰਦਗੀ ਦੇ ਅੰਦਰ ਇਹ ਪੋਸੀਬਲ ਨਹੀਂ ਹੈ, ਸੰਭਵ ਨਹੀਂ ਹੈ ਤੁਹਾਡੇ ਲਈ, ਪਰ ਉਹ 2 ਮਹੀਨੇ ਰਹਿੰਦੇ ਨੇ ਹਸਬੈਂਡ ਵਾਈਫ ਇੱਕ ਦੂਜੇ ਨਾਲ। ਉਹ ਆਪਣੇ ਬੱਚੇ ਦੀ ਉਸ ਪੂਰੀ ਪ੍ਰੋਸੈਸ ਨੂੰ ਮਹਿਸੂਸ ਕਰਦੇ ਨੇ, ਅਤੇ ਅਖੀਰ ਤੇ ਉਹਨਾਂ ਦਾ ਇਹੋ ਹੁੰਦਾ ਕਿ ਸਿਜ਼ੇਰੀਅਨ ਨਹੀਂ ਕਰਨਾ, ਨਾਰਮਲ ਡਿਲੀਵਰੀ ਕਰਾਂਗੇ। ਕਿਤੇ ਨਾ ਕਿਤੇ ਨਾਰਮਲ ਹੋਣਾ ਇਸ ਦੌਰ ਦੇ ਅੰਦਰ ਸਭ ਤੋਂ ਜ਼ਰੂਰੀ ਹੈ। ਚਾਹੇ ਉਹ ਨਾਰਮਲ ਡਿਲੀਵਰੀ ਹੋਵੇ, ਚਾਹੇ ਉਹ ਸੁਸਾਇਟੀ ਹੋਵੇ, ਨਾਰਮਲ ਹੋਣਾ ਜ਼ਰੂਰੀ ਹੈ। ਐਬਨੋਰਮਲ ਵਰਲਡ ਦੇ ਅੰਦਰ ਇੱਕ ਨਾਰਮਲ ਬੰਦੇ ਨੂੰ ਲਿਆਉਣਾ ਹੀ ਬਹੁਤ ਜ਼ਰੂਰੀ ਹੈ। ਉਸੇ ਕਰਕੇ ਇੱਕ ਐਬਨੋਰਮਲ ਵਰਲਡ ਨਾਰਮਲ ਹੋਏਗਾ। ਇਹ ਸਾਰੀਆਂ ਜੋ ਨਿਸ਼ਾਨੀਆਂ ਅਸੀਂ ਵੇਖਦੇ ਹਾਂ, ਇੱਕ ਐਬਨੋਰਮਲ ਵਰਲਡ ਦੀਆਂ ਨਿਸ਼ਾਨੀਆਂ ਨੇ। ਇਸ ਦੇ ਬਾਰੇ ਲਗਾਤਾਰ ਚਰਚਾ ਕਰਾਂਗੇ। ਸਾਡੇ ਅੱਜ ਦੇ ਮਹਿਮਾਨ, ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਅੰਦਰ ਡਾਕਟਰ ਅਮਰ ਆਜ਼ਾਦ ਸਨ। ਉਹਨਾਂ ਦੇ ਮਾਰਫਤ ਤੁਹਾਡੇ ਤੱਕ ਇਹ ਗੱਲਾਂ ਪਹੁੰਚਾਈਆਂ। ਇਸ ਦੇ ਬਾਰੇ ਅੱਗੇ ਵੀ ਆਉਣ ਵਾਲੇ ਸਮੇਂ ਦੇ ਅੰਦਰ ਗੱਲ ਕਰਾਂਗੇ। ਇਹ ਗੱਲ ਹੋਣੀ ਚਾਹੀਦੀ ਹੈ। ਜਦੋਂ ਹੁਣ ਇਲੈਕਸ਼ਨ ਆਉਣ ਵਾਲਾ ਹੈ, ਤੇ ਇਲੈਕਸ਼ਨ ਦੇ ਅੰਦਰ ਵੀ ਇਸ ਪ੍ਰੋਸੈਸ ਨੂੰ ਜੇ ਤੁਸੀਂ ਸਮਝ ਸਕਦੇ ਹੋ ਤਾਂ ਬਹੁਤ ਚੰਗੀ ਗੱਲ ਹੋਏਗੀ। ਅੱਜ ਦੇ ਇਸ ਪ੍ਰੋਗਰਾਮ ਦੇ ਅੰਦਰ ਇੰਨਾ ਹੀ। ਆਪਣੇ ਦੋਸਤ ਹਰਪ੍ਰੀਤ ਸਿੰਘ ਕਾਲੋ ਨੂੰ ਦਿਓ ਆਗਿਆ। ਵੇਖਦੇ ਰਹੋ, ਸ਼ੇਅਰ ਕਰੋ, ਲਾਈਕ ਕਰੋ, ਸਬਸਕ੍ਰਾਈਬ ਕਰੋ ਦੀ ਅਨਮਿਊਟ ਚੈਨਲ।